ਸਤਿ ਸ਼੍ਰੀ ਅਕਾਲ। ਪੰਜਾਬ ਦੇ ਵਿੱਚ ਇਸ ਵੇਲੇ ਇਉਂ ਲੱਗਦਾ ਜਿਵੇਂ ਰਾਜਨੀਤਿਕ ਸੰਕਟ ਹੈ ਔਰ ਇਹ ਖਾਸ ਕਰਕੇ ਜਦੋਂ ਕਿਸਾਨ ਅੰਦੋਲਨ 'ਤੇ ਆ, ਜਦੋਂ ਖੇਤੀ ਦਾ ਨਵਾਂ ਬਿੱਲ ਕੇਂਦਰ ਨੇ ਕਾਨੂੰਨ 'ਚ ਬਦਲ ਦਿੱਤਾ ਹੈ ਔਰ ਜਦੋਂ ਕਿਸਾਨ ਸੜਕਾਂ 'ਤੇ ਬੈਠੇ ਆ, ਰੇਲ ਪਟੜੀਆਂ 'ਤੇ ਬੈਠੇ ਆ ਔਰ ਉਹਨਾਂ ਦੀ ਸੁਣਵਾਈ ਹੀ ਨਹੀਂ ਹੋ ਰਹੀ। ਰਾਜਨੀਤਿਕ ਪਾਰਟੀਆਂ ਇਹਦੇ ਵਿੱਚ ਆਪੋ ਆਪਣੇ ਜਥੇ ਲੈ ਕੇ ਫਿਰਦੀਆਂ ਹੈ ਔਰ ਇਸ ਦੌਰਾਨ ਜਦੋਂ ਕਾਂਗਰਸ ਆਪਣੇ ਵੱਲੋਂ ਇੱਕ ਕਿਸਾਨ ਮਾਰਚ ਕੱਢਦੀ ਹੈ ਔਰ ਰਾਹੁਲ ਗਾਂਧੀ ਪੰਜਾਬ 'ਚ ਆਉਂਦੇ ਆ, ਨਵਜੋਤ ਸਿੰਘ ਸਿੱਧੂ ਬਦਨੀ ਕਲਾ ਪਹਿਲੀ ਕਾਨਫਰੰਸ ਦੇ ਵਿੱਚ ਉਹਨਾਂ ਦੇ ਜਿਹੜੇ ਸ਼ਾਮਲ ਹੁੰਦੇ ਆ ਔਰ ਬੋਲਦੇ ਆ ਔਰ ਸਵਾਲ ਕਰਦੇ ਆ ਕੈਪਟਨ ਅਮਰਿੰਦਰ ਸਿੰਘ ਨੂੰ, ਰਾਹੁਲ ਗਾਂਧੀ ਨੂੰ। ਕੈਪਟਨ ਅਮਰਿੰਦਰ ਨੂੰ ਇਹ ਪੁੱਛਦੇ ਆ ਕਿ ਤੁਸੀਂ ਆਟਾ ਦਾਲ ਸਕੀਮ ਦੇ ਵਿੱਚ ਅਨਾਜ ਬਾਹਰੋਂ ਕਿਉਂ ਮੰਗਵਾ ਰਹੇ ਹੋ, ਪੰਜਾਬ ਦੇ ਕਿਸਾਨਾਂ ਤੋਂ ਕਿਉਂ ਨਹੀਂ ਲੈਂਦੇ, ਔਰ ਜਿਹੜਾ ਅਨਾਜ ਤੁਸੀਂ ਲਓਗੇ ਉਹਦੀ MSP ਕਿਉਂ ਨਹੀਂ ਦਿੰਦੇ। ਤਾਂ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਨਵਜੋਤ ਸਿੰਘ ਸਿੱਧੂ ਇਹ ਕੀ ਪੁੱਛ ਰਹੇ ਆ, ਨਵਜੋਤ ਸਿੰਘ ਸਿੱਧੂ ਕੀ ਚਾਹੁੰਦੇ ਆ। ਔਰ ਜਦੋਂ ਇਹ ਪੁੱਛਦੇ ਹੈ ਕਿ ਰਾਹੁਲ ਗਾਂਧੀ ਜੀ ਇਹ ਦੱਸੋ ਕਿ ਜੇ ਕੇਂਦਰ ਦੇ ਵਿੱਚ ਤੁਹਾਡੀ ਸਰਕਾਰ ਆ ਗਈ ਤਾਂ ਤੁਹਾਡਾ ਸਟੈਂਡ ਕੀ ਹੋਏਗਾ ਖੇਤੀ ਬਿੱਲ ਨੂੰ ਲੈ ਕੇ, ਖੇਤੀ ਕਾਨੂੰਨ ਨੂੰ ਲੈ ਕੇ, ਤਾਂ ਉਦੋਂ ਸਮਝ ਆ ਜਾਂਦੀ ਹੈ ਕਿ ਨਵਜੋਤ ਸਿੰਘ ਸਿੱਧੂ ਕਿਸ ਤਰ੍ਹਾਂ ਦੀ ਰਾਜਨੀਤੀ 'ਤੇ ਚੱਲ ਰਹੇ ਆ, ਉਹ ਕੀ ਚਾਹੁੰਦੇ ਆ ਔਰ ਕਾਂਗਰਸ ਇਸ ਤੋਂ ਬਾਅਦ ਕੀ ਕਰੇਗੀ, ਕੈਪਟਨ ਅਮਰਿੰਦਰ ਸਿੰਘ ਕੀ ਕਰਨਗੇ। ਜਦੋਂ ਹਰੀਸ਼ ਰਾਵਤ ਜਿਹੜੇ ਇੰਚਾਰਜ ਬਣਾਏ ਇਹਨਾਂ ਨੇ ਪੰਜਾਬ ਦੀ ਕਾਂਗਰਸ ਦੇ, ਉਹ ਪਹਿਲੇ ਦਿਨ ਆਉਂਦੇ ਆ ਤਾਂ ਡਿਨਰ ਨਵਜੋਤ ਸਿੰਘ ਸਿੱਧੂ ਨਾਲ ਹੋ ਰਿਹਾ। ਤਸਵੀਰਾਂ ਲੱਗ ਰਹੀਆਂ ਅਖਬਾਰਾਂ ਦੇ ਵਿੱਚ, ਸੋਸ਼ਲ ਮੀਡੀਆ 'ਤੇ ਛਾਏ ਹੋਏ ਆ। ਤਾਂ ਇਉਂ ਲੱਗਦਾ ਸੀ ਸ਼ਾਇਦ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਸੱਚੀ ਮੁੱਚੀ ਪ੍ਰਧਾਨ ਬਣ ਜਾ ਰਿਹਾ ਪੰਜਾਬ ਕਾਂਗਰਸ ਦੇ। ਔਰ ਬਦਨੀ ਕਲਾਂ ਤੋਂ ਬਾਅਦ ਜਦੋਂ ਇੱਥੋਂ ਸੰਗਰੂਰ ਦੀ ਉਹਨਾਂ ਦੀ ਇੱਕ ਰੈਲੀ ਸਮਾਪਤ ਹੁੰਦੀ ਹੈ, ਕਿਸਾਨ ਮਾਰਚ ਸਮਾਪਤ ਹੁੰਦਾ ਹੈ, ਤਾਂ ਉਸ ਤੋਂ ਬਾਅਦ ਰਾਵਤ ਦਾ ਬਿਆਨ ਆਉਂਦਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਨਾ ਪਾਰਟੀ 'ਚ ਕੋਈ ਸਥਾਨ ਹੈ ਔਰ ਨਾ ਕਾਂਗਰਸ 'ਚ। ਤਾਂ ਸਵਾਲ ਫਿਰ ਖੜਾ ਹੋ ਗਿਆ ਕਿ ਹੁਣ ਨਵਜੋਤ ਸਿੰਘ ਸਿੱਧੂ ਕੀ ਕਰਨਗੇ। ਅੱਜ ਅਸੀਂ ਇਸ ਮੁੱਦੇ 'ਤੇ ਹੀ ਗੱਲਬਾਤ ਕਰਾਂਗੇ। ਇਸ ਸੰਬੰਧੀ ਮੈਂ ਕਾਂਗਰਸ ਦੇ ਜਿਹੜੇ ਬੁਲਾਰੇ ਆ ਉਹਨਾਂ ਨਾਲ ਗੱਲਬਾਤ ਕੀਤੀ ਸੀ, ਪਰ ਮੈਨੂੰ ਉਹਨਾਂ ਨੇ ਸਾਫ਼ ਇਨਕਾਰ ਕਰਤਾ ਆਉਣ ਤੋਂ। ਉਹਨਾਂ ਨੇ ਇਹ ਗੱਲ ਕਹੀ ਕਿ ਸਾਨੂੰ ਇਸ ਮੁੱਦੇ ਉੱਤੇ ਬੋਲਣ ਲਈ ਹਾਲੇ ਮਨਾ ਕੀਤਾ ਹੋਇਆ ਹੈ, ਚੁੱਪ ਰਹਿਣ ਲਈ ਕਿਹਾ ਗਿਆ ਕਾਂਗਰਸ ਵੱਲੋਂ। ਇਸ ਕਰਕੇ ਸਾਡੀ ਮਜਬੂਰੀ ਹੈ, ਅਸੀਂ ਇਸ ਮੁੱਦੇ 'ਤੇ ਨਹੀਂ ਬੋਲਾਂਗੇ। ਸੋ ਇਸ ਕਰਕੇ ਅਸੀਂ ਇੱਕ ਰਾਜਨੀਤਿਕ ਵਿਸ਼ਲੇਸ਼ਕ ਬੁਲਾਏ ਆ ਔਰ ਇੱਕ ਦੂਸਰੀ ਪਾਰਟੀ ਦੇ ਨੁਮਾਇੰਦੇ ਬੁਲਾਏ ਆ। ਮੈਂ ਮਦਨਦੀਪ ਹਾਂ ਔਰ ਮੇਰੇ ਨਾਲ ਨੇ, ਸਭ ਤੋਂ ਪਹਿਲਾਂ ਮੈਂ ਉਹਨਾਂ ਦੀ ਤਾਰੀਫ ਕਰਾਉਣਾ, ਮੈਂ ਖੁਸ਼ਹਾਲ ਸਿੰਘ, ਰਾਜਨੀਤਿਕ ਵਿਸ਼ਲੇਸ਼ਕ ਦੇ ਤੌਰ 'ਤੇ ਸਾਡੇ ਨਾਲ। ਤੁਹਾਡਾ ਸਵਾਗਤ ਹੈ ਜੀ। ਔਰ ਜਥੇਦਾਰ ਅਮਰਿੰਦਰ ਸਿੰਘ, ਇਹ ਅਕਾਲੀ ਦਲ ਡੈਮੋਕ੍ਰੈਟਿਕ ਤੋਂ ਨੇ। ਤੁਹਾਡਾ ਵੀ ਸਵਾਗਤ ਹੈ ਜੀ ਅਮਰਿੰਦਰ ਸਿੰਘ ਜੀ। ਖੁਸ਼ਹਾਲ ਸਿੰਘ ਜੀ, ਗੱਲ ਮੈਂ ਤੁਹਾਡੇ ਤੋਂ ਸ਼ੁਰੂ ਕਰਨੀ ਚਾਹੂੰਗਾ। ਤੁਸੀਂ ਇੰਟਰੋ 'ਚ ਸੁਣ ਲਿਆ ਮੈਂ ਕੀ ਪੁੱਛਣਾ ਚਾਹਣਾ, ਕਿਹੜੇ ਮੁੱਦੇ 'ਤੇ ਗੱਲ ਕਰਨੀ ਚਾਹੁੰਦਾ ਹਾਂ। ਨਵਜੋਤ ਸਿੰਘ ਸਿੱਧੂ ਦਾ ਕੀ ਬਣੇਗਾ? ਦੇਖੋ ਜੀ, ਨਵਜੋਤ ਸਿੰਘ ਸਿੱਧੂ ਦਾ ਇੱਕ ਸਾਨੂੰ ਮੰਨਣਾ ਪਏਗਾ ਕਿ ਆਪਣਾ ਇੱਕ ਸਾਫ਼ ਸੁਥਰਾ ਵਿਅਕਤੀਤਵ ਤਾਂ ਹੈਗਾ ਆ ਜੀ। ਉਸ ਤੋਂ ਇਲਾਵਾ ਉਹਦੀ ਪੰਜਾਬ ਦੇ ਵਿੱਚ ਨਾਇਕ ਦੀ ਭੂਮਿਕਾ ਉਦੋਂ ਜ਼ਿਆਦਾ ਵੱਧ ਗਈ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਆ ਜੀ, ਉਹ ਇਸ ਖਿੱਤੇ ਦੇ ਲੋਕਾਂ ਲਈ ਆਰਥਿਕ ਤੌਰ 'ਤੇ, ਸਮਾਜਿਕ ਤੌਰ 'ਤੇ ਔਰ ਧਾਰਮਿਕ ਤੌਰ 'ਤੇ ਬੜੀ ਵਿਲੱਖਣਤਾ ਰੱਖਦਾ ਆ। ਉਸ ਮੁੱਦੇ ਕਰਕੇ ਲੋਕਾਂ ਨੇ ਕਾਫੀ ਲੋਕਾਂ ਨੂੰ ਉਮੀਦ ਸੀ। ਔਰ ਦੂਸਰਾ ਉਹਦੇ ਪੱਖ 'ਚ ਇਹ ਗੱਲ ਗਏ ਕਿ ਮੀਡੀਆ ਨੇ ਉਹਨੂੰ ਬੜਾ ਨਾਇਕ ਵੱਡੇ ਪੱਧਰ 'ਤੇ ਬਣਾਇਆ। ਇੱਥੋਂ ਤੱਕ ਲੈ ਗਏ ਕਿ ਜਿੱਧਰ ਵੀ ਨਵਜੋਤ ਸਿੱਧੂ ਜਾਏਗਾ, ਭਾਵੇਂ ਉਹ ਆਮ ਆਦਮੀ ਪਾਰਟੀ ਜਾਵੇ, ਭਾਵੇਂ ਕਿਸੇ ਪਾਰਟੀ ਜਾਵੇ, BJP 'ਚ ਜਾਵੇ, ਉਹੀ ਪਾਰਟੀ ਪੰਜਾਬ ਦੇ ਵਿੱਚ ਸੱਤਾ 'ਚ ਆ ਜਾਏਗੀ, ਜਿਹਦੇ ਵਿੱਚ ਐਵੇਂ ਦਾ ਇਮੇਜ ਦੇਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਗਈ ਹੈ ਪਿਛਲੇ ਸਮੇਂ ਦਰਮਿਆਨ। ਪਰ ਸਾਨੂੰ ਜਿਹੜਾ ਆ ਪੰਜਾਬ ਦੀਆਂ ਜ਼ਮੀਨੀ ਹਕੀਕਤਾਂ ਨੇ ਜਿਹੜੀਆਂ, ਉਹਨਾਂ ਦੀ ਸੱਚਾਈ ਹੈ ਜਿਹੜੀ, ਉਹਦੇ ਨਾਲ ਵੀ ਚੱਲਣਾ ਪਏਗਾ। ਨਾਇਕ ਦਾ ਇੱਕ ਆਪਣੀ ਵੱਡੀ ਭੂਮਿਕਾ ਹੁੰਦੀ ਹੈ, ਉਹ ਕਿਸੇ ਲਹਿਰ ਦੇ ਵਿੱਚ ਕੋਈ ਵੱਡੀ ਭੂਮਿਕਾ ਨਿਭਾ ਵੀ ਜਾਂਦੇ ਹੈ, ਪਰ ਪੰਜਾਬ ਦੀ ਟੋਟਲ ਰਾਜਨੀਤੀ ਇਹਦੇ ਵਾਸਤੇ ਕੋਈ ਵਿਜ਼ਨ ਹੋਣਾ ਜ਼ਰੂਰੀ ਹੈ। ਤੇ ਇਹ ਵੀ ਸਾਹਮਣੇ ਆਇਆ ਕਿ ਨਵਜੋਤ ਸਿੱਧੂ ਜਦੋਂ ਪੰਜਾਬ ਦੇ ਉੱਤੇ ਕੋਈ ਸੰਕਟ ਦੀ ਘੜੀ ਆਉਂਦੀ ਹੈ, ਉਹ ਆਪਣੀ ਮਰਜ਼ੀ ਨਾਲ ਫਿਰ ਵੈਸ਼ਨੋ ਦੇਵੀ ਜਾਂ ਉਹ ਧਾਰਮਿਕ ਸਥਾਨਾਂ 'ਤੇ ਚਲੇ ਜਾਂਦੇ ਆ, ਮੌਨ ਵਰਤ ਰੱਖ ਲੈਂਦੇ ਆ ਔਰ ਪੰਜਾਬ ਦੀ ਸਿਆਸਤ ਵਿੱਚੋਂ ਲੰਮਾ ਟਾਈਮ ਗੈਰ ਹਾਜ਼ਰ ਵੀ ਹੋ ਜਾਂਦੇ ਆ। ਇਹ ਵੀ ਇੱਕ ਸੱਚਾਈ ਹੈਗੀ ਆ। ਦੂਜੀ ਹੈ ਕਿ ਜਿਹੜਾ ਇਹਦੇ ਹਾਵੀ ਹੋਣ ਨਾਲ ਅਮਰਿੰਦਰ ਸਿੰਘ ਦਾ ਕੱਦ ਕਾਂਗਰਸ 'ਚ ਡਾਊਨ ਹੋ ਰਿਹਾ ਸੀਗਾ, ਇਹਦੇ ਨਾਲ ਤੇ ਥ੍ਰੈਟ ਆ ਰਿਹਾ ਸੀ ਇਸ ਪਾਸਿਓਂ ਕਾਫੀ ਉਹਨੂੰ। ਲੇਕਿਨ ਪਿਛਲੇ ਸਮੇਂ 'ਚ ਜਿਹੜਾ ਸੰਕਟ ਕਿਸਾਨ ਸੰਘਰਸ਼ ਚੱਲਿਆ ਆ,
ਇਹਦੇ ਵਿੱਚ ਅੱਗੇ ਜਾ ਕੇ ਕੀ ਹੁੰਦਾ ਹੋ ਸਕਦਾ, ਅਮਰਿੰਦਰ ਸਿੰਘ ਨਾਲ ਵੀ ਟਕਰਾਅ ਹੋ ਜਾਏ, ਲੇਕਿਨ ਹਾਲੇ ਤੱਕ ਜਿਹੜੀਆਂ 31 ਜਥੇਬੰਦੀਆਂ ਸੀਗੀਆਂ ਉਹਨਾਂ ਨੂੰ ਡੀਲ ਕਰਨ ਵਿੱਚ ਜਿਹੜਾ ਅਮਰਿੰਦਰ ਸਿੰਘ ਹੈ ਉਹ ਸਫਲ ਹੋਇਆ ਸੀਗਾ। ਉਹਨਾਂ ਨੂੰ ਭਾਵੇਂ ਉਹਨੇ ਲਾਰਾ ਲਾਇਆ ਕਿ ਮੈਂ ਵਿਸ਼ੇਸ਼ ਇਜਲਾਸ ਬੁਲਾਵਾਂਗਾ, ਉਹਨਾਂ ਨਾਲ ਜਿਹੜੀ ਗੱਲਬਾਤ ਦੀ ਪਹਿਲੀ ਉਹਨਾਂ ਨੇ ਇੱਕ ਜਵਾਬ ਦੇ ਦਿੱਤਾ ਖੁਸ਼ਹਾਲ ਸਿੰਘ ਜੀ, ਇਹਦੇ ਵਿੱਚ ਵੀ ਆਪਾਂ ਗੱਲ ਕਰਾਂਗੇ। ਆਪਾਂ ਨਵਜੋਤ ਸਿੰਘ ਸਿੱਧੂ ਤੇ ਗੱਲ ਕਰ ਰਹੇ ਹਾਂ। ਨਵਜੋਤ ਸਿੰਘ ਸਿੱਧੂ ਅੱਗੇ ਕੀ ਕਰਨਗੇ, ਮੈਂ ਥੋੜ੍ਹਾ ਜਿਹਾ ਅਮਰਿੰਦਰ ਸਿੰਘ ਕੋਲ ਜਾਣਾ ਚਾਹੂੰਗਾ। ਅਮਰਿੰਦਰ ਸਿੰਘ ਜੀ, ਇਹ ਵੀ ਕਿਹਾ ਜਾ ਰਿਹਾ ਕਿ ਤੁਹਾਡੀ ਪਾਰਟੀ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਦੀ ਗੱਲਬਾਤ ਚੱਲ ਰਹੀ ਹੈ। ਹੋ ਸਕਦਾ ਹੈ ਕਿ ਕਿਉਂਕਿ ਭਾਰਤੀ ਜਨਤਾ ਪਾਰਟੀ ਕਾਫੀ ਢੀਂਡਸਾ ਜੀ ਦੇ ਨੇੜੇ ਆ, ਸੁਖਦੇਵ ਸਿੰਘ ਢੀਂਡਸਾ ਦੇ, ਔਰ ਹੋ ਸਕਦਾ ਹੈ ਕਿ ਕੱਲ੍ਹ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਹੀ ਇਸ ਤਰ੍ਹਾਂ ਦਾ ਕੋਈ ਹੀਲਾ ਜਗੀਲਾ ਕੀਤਾ ਜਾਏ ਕਿ ਨਵਜੋਤ ਸਿੰਘ ਸਿੱਧੂ ਤੇ ਯਾਨੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਨਵਜੋਤ ਸਿੰਘ ਸਿੱਧੂ ਔਰ ਸੁਖਦੇਵ ਸਿੰਘ ਢੀਂਡਸਾ ਦਾ ਆਪਸ ਵਿੱਚ ਕੋਈ ਰਾਜੀਨਾਮਾ ਕਰਾ ਦੇਵੇ। ਮਦਨਦੀਪ ਜੀ ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਆਪਣੀ ਪਾਰਟੀ ਦਾ ਸਟੈਂਡ ਜਿਹੜਾ ਉਹ ਕਲੀਅਰ ਕਰਦਾ ਕਿ ਤੁਸੀਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਬੜੀ ਨਜ਼ਦੀਕੀ ਹੈ ਸੁਖਦੇਵ ਸਿੰਘ ਢੀਂਡਸਾ ਦੀ, ਤੇ ਉਹ ਵਿੱਚ ਵਿਚੋਲਗੀ ਕਰਨਗੇ। ਇਹਦੇ 'ਚ ਮੈਂ ਗੱਲ ਕਲੀਅਰ ਕਰਨੀ ਚਾਹਾਂਗਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦਾ ਆਪਣਾ ਵਿਜ਼ਨ ਹੈ, ਆਪਣਾ ਉਹਨਾਂ ਦਾ ਸਟੈਂਡ ਹੈ, ਆਪਣੇ ਹਿਸਾਬ ਦੇ ਨਾਲ ਉਹ ਸਾਰੇ ਡਿਸੀਜਨ ਲੈਂਦੇ ਹੈ। ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਕੰਸਲਟ ਕਰਨ ਦੀ ਲੋੜ ਮੈਂ ਸਮਝਦਾ ਅਜੇ ਨਹੀਂ ਹੈ, ਅਜੇ ਕਿ ਮਤਲਬ ਉਹ ਹੈ ਹੀ ਨਹੀਂ। ਤੇ ਜਿੱਥੋਂ ਤੱਕ ਤੁਸੀਂ ਨਵਜੋਤ ਸਿੰਘ ਸਿੱਧੂ ਦੀ ਗੱਲ ਕੀਤੀ ਹੈ, ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹਨਾਂ ਦਾ ਜਿਹੜਾ ਪਿਛੋਕੜ ਹੈ, ਉਹਨਾਂ ਦਾ ਜਿਹੜਾ ਕੈਰੀਅਰ ਸ਼ੁਰੂ ਕੀਤਾ ਉਹਨਾਂ ਨੇ ਉਹ ਭਾਰਤੀ ਜਨਤਾ ਪਾਰਟੀ ਤੋਂ ਕੀਤਾ ਹੈ ਜੀ। ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਲੰਮੇ ਸਮਾਂ ਉਹਨਾਂ ਨੇ ਕੰਮ ਕੀਤਾ, ਉੱਥੋਂ ਮੈਂਬਰ ਪਾਰਲੀਮੈਂਟ ਵੀ ਚੁਣੇ ਗਏ, ਪਾਰਲੀਮੈਂਟ ਦੇ ਵਿੱਚ ਵੀ ਉਹਨਾਂ ਨੇ ਕਾਫੀ ਕੰਮ ਕੀਤਾ ਬੀਜੇਪੀ ਦੇ ਥਰੂ। ਲੇਕਿਨ ਉਹ ਆਪਣਾ ਮਜੀਠੀਆ ਦੇ ਨਾਲ ਤੇ ਸੁਖਬੀਰ ਬਾਦਲ ਦੇ ਨਾਲ ਮਨਮੁਟਾਵ ਹੋਣ ਕਰਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹਨਾਂ ਦੀ ਜਿਹੜੀ ਸੀ ਮਤਲਬ ਉਹਨਾਂ ਦਾ ਜਿਹੜਾ ਰੁਕਾਵਟ ਆ ਰਹੀ ਸੀ, ਇਸ ਕਰਕੇ ਉਹਨਾਂ ਨੇ ਉਹ ਛੱਡ ਕੇ ਕਾਂਗਰਸ ਜੁਆਇਨ ਕੀਤੀ ਹੈ। ਕਾਂਗਰਸ ਦੇ ਵਿੱਚ ਵੀ ਹੁਣ ਜੇ ਉਹ ਇਹ ਸੋਚਣ ਕਿ ਵੀ ਮੈਂ ਭਾਰਤੀ ਜਨਤਾ ਪਾਰਟੀ ਛੱਡ ਕੇ ਆਇਆ ਤੇ ਕਾਂਗਰਸ ਆਪਣੀ ਸਾਰੀ ਟੀਮ ਨੂੰ ਪਿੱਛੇ ਹਟਾ ਦੇਵੇ ਤੇ ਮੈਨੂੰ ਕਹੇ ਕਿ ਤੁਸੀਂ ਆਪਣੀ ਨਵੀਂ ਟੀਮ ਬਣਾ ਲਓ, ਸੋ ਐਸੀ ਸਥਿਤੀ ਜਿਹੜੀ ਹੈ ਉਹ ਨਹੀਂ ਹੋ ਸਕੀ ਤੇ ਇੱਥੇ ਵੀ ਉਹ ਆਈਸੋਲੇਟ ਹੁੰਦੇ ਸਾਨੂੰ ਦਿਖ ਰਹੇ ਹੈ। ਜਦੋਂ ਕਿ ਕੈਪਟਨ ਸਾਹਿਬ ਨੇ ਉਹਨਾਂ ਨੂੰ ਹੁਣ ਵੀ ਰੀਸੈਂਟਲੀ ਵੀ ਨਿਯੁਕਤਾ ਦਿੱਤਾ ਕਿ ਉਹ ਆਪਣਾ ਕੈਬਨਿਟ ਦੇ ਵਿੱਚ ਜੁਆਇਨ ਕਰ ਸਕਦੇ ਆ, ਲੇਕਿਨ ਉਸ ਦੇ ਬਾਵਜੂਦ ਵੀ ਜਦੋਂ ਰਾਹੁਲ ਗਾਂਧੀ ਆਇਆ ਤੇ ਉੱਥੇ ਉਹਨਾਂ ਦੀ ਜਿਹੜੀ ਐਕਟੀਵਿਟੀ ਹੈਗੀ ਹੈ ਕਿਵੇਂ ਉਹ ਮਤਲਬ ਮੰਚ ਤੋਂ ਉੱਤਰ ਕੇ ਸਿੱਧੇ ਟਰੈਕਟਰ ਤੇ ਨਹੀਂ ਬੈਠਣ ਦਿੱਤਾ ਤੇ ਉਹ ਘਰ ਚਲੇ ਗਏ, ਦੁਬਾਰਾ ਅਗਲੀਆਂ ਉਹਦੇ ਵਿੱਚ ਉਹ ਆਏ ਵੀ ਨਹੀਂ ਹੈ। ਸੋ ਇਹ ਕਿਆਸਰਾਈਆਂ ਜਿਹੜੀਆਂ ਤੁਸੀਂ ਸ਼ੁਰੂ ਕੀਤੀਆਂ ਇਹ ਸਾਰੀਆਂ ਉੱਥੋਂ ਸਟਾਰਟ ਹੋ ਰਹੀਆਂ ਤੇ ਇਹਦੇ ਵਿੱਚ ਮੈਂ ਸਮਝਦਾ ਕਿ ਉੱਥੋਂ ਨਹੀਂ ਮੈਂ ਬੜੀ ਕਲੀਅਰ ਗੱਲ ਕੀਤੀ ਹੈ, ਸ਼ਾਇਦ ਉਹ ਤੁਸੀਂ ਗੱਲ ਮੇਰੀ ਗੰਭੀਰਤਾ ਨਾਲ ਨਹੀਂ ਲਈ। ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਰਾਹੁਲ ਗਾਂਧੀ ਨੂੰ ਤੇ ਅਮਰਿੰਦਰ ਸਿੰਘ ਨੂੰ ਸਵਾਲ ਕੀਤੇ ਸੀ। ਉਹ ਬੜੇ ਵਾਜਬ ਸਵਾਲ ਸੀ ਮੇਰੇ ਖਿਆਲ ਦੇ ਮੁਤਾਬਕ, ਜੋ ਕਹਿੰਦੇ ਸੀ ਵੀ ਤੁਸੀਂ ਆਟਾ ਦਾਲ ਸਕੀਮ ਦੇ ਵਿੱਚ ਦਾਲਾਂ ਪੰਜਾਬ ਦੇ ਕਿਸਾਨ ਤੋਂ ਲਓ, ਉਹਨਾਂ ਨੂੰ ਤੁਸੀਂ ਜਿਹੜਾ ਹੈਗਾ ਦਾਲਾਂ ਪੈਦਾ ਕਰਨ ਵਾਸਤੇ ਜਿਹੜਾ ਪ੍ਰਮੋਟ ਕਰੋ ਤੁਸੀਂ ਕਿਸਾਨਾਂ ਨੂੰ, MSP ਦਿਓ, ਤਾਂ ਇਹ ਬੜੀ ਵੱਡੀ ਗੱਲ ਸੀ। ਇਹ ਚਲੋ ਮੈਂ ਤੁਹਾਡੀ ਗੱਲ ਵੀ ਮੰਨ ਲੈਂਦਾ ਕਿ ਬਈ ਉਹਨਾਂ ਨੇ ਕੈਪਟਨ ਸਾਹਿਬ ਨੂੰ ਸਵਾਲ ਕੀਤੇ ਹੈ। ਹੁਣ ਜਿਹੜਾ ਬੰਦਾ ਕਾਂਗਰਸ ਦੇ ਵਿੱਚ ਰਹਿ ਕੇ ਤੇ ਰੂਲਿੰਗ ਪਾਰਟੀ ਦੇ ਵਿੱਚ ਉਹ ਬੈਠਾ ਹੋਵੇ ਤੇ ਆਪਣੀ ਸੈਂਟਰਲ ਹਾਈ ਕਮਾਂਡ ਦੇ ਸਾਹਮਣੇ ਹੀ ਆਪਣੇ ਸੀਐਮ ਨੂੰ ਸਵਾਲ ਕਰੇ ਤੇ ਐਕਸਪੈਕਟ ਕਰੇ ਕਿ ਉਹ ਸੀਐਮ ਨੂੰ ਪਾਰਟੀ ਹਟਾ ਦੇਵੇ। ਉਹਨਾਂ ਦਾ ਹਾਈ ਕਮਾਂਡ ਨੂੰ ਵੀ ਕੀਤੇ ਆ ਕਿ ਤੁਹਾਡਾ ਸਟੈਂਡ ਕੀ ਹੋਊਗਾ ਇਸ ਕਾਨੂੰਨ ਨੂੰ? ਮੈਂ ਚਲੋ ਆਪਾਂ ਹਾਈ ਕਮਾਂਡ ਨੂੰ ਵੀ ਲਾ ਲਿਆ, ਉੱਥੋਂ ਉਹਨਾਂ ਦੀ ਮਨਸ਼ਾ ਦਿਖ ਰਹੀ ਹੈ ਕਿ ਉਹ ਉੱਥੇ ਸਫੋਕੇਟ ਹੋ ਚੁੱਕੇ ਆ, ਉੱਥੇ ਉਹ ਰਹਿਣਾ ਨਹੀਂ ਚਾਹੁੰਦੇ। ਉਹ ਜੇਕਰ ਉਹਨਾਂ ਨੇ ਉੱਥੇ ਰਹਿਣਾ ਹੋਵੇ ਤਾਂ ਐਸੇ ਸਵਾਲ ਨਾ ਕਰਨ, ਉੱਥੇ ਕੰਸਟਰਕਟਿਵ ਗੱਲ ਵੀ ਕੀਤੀ ਜਾ ਸਕਦੀ ਸੀ, ਲੇਕਿਨ ਉਹਨਾਂ ਨੇ ਜਿਹੜੇ ਵੀਕ ਪੁਆਇੰਟ ਸੀਗੇ ਉਹ ਸਾਹਮਣੇ ਉਭਾਰੇ ਹੈ। ਸੋ ਇੱਥੋਂ ਇੱਕ ਗੱਲ ਸਪਸ਼ਟ ਹੈ ਕਿ ਉਹ ਕਾਂਗਰਸ ਦੇ ਵਿੱਚ ਲੰਮਾ ਸਮਾਂ ਨਹੀਂ ਰਹਿਣਗੇ। ਹੁਣ ਮਸਲਾ ਇਹ ਹੈ ਕਿ ਉਹ ਜਾਣਗੇ ਕਿੱਥੇ, ਤੇ ਮੈਂ ਇਹ ਮੰਨਦਾ ਹਾਂ ਕਿ ਵੀ ਉਹਨਾਂ ਲਈ ਬੀਜੇਪੀ ਦੇ ਵਿੱਚ ਜਾਣਾ ਜਿਹੜਾ ਸਭ ਤੋਂ ਆਸਾਨ ਰਹੇਗਾ, ਕਿਉਂਕਿ ਉੱਥੇ ਉਹਨਾਂ ਦੇ ਕਨੈਕਸ਼ਨ ਹੈਗੇ ਹੈ। ਉਹ ਆਪਣਾ ਅਟਲ ਬਿਹਾਰੀ ਵਾਜਪਾਈ ਨੂੰ ਤੇ ਅਡਵਾਨੀ ਨੂੰ ਆਪਣਾ ਗੁਰੂ ਵੀ ਮੰਨਦੇ ਰਹੇ ਆ, ਉਹਨਾਂ ਦੇ ਪੈਰੀਂ ਹੱਥ ਲਾਉਂਦੇ ਰਹੇ ਆ, ਤੇ ਬੀਜੇਪੀ ਦੇ ਵਿੱਚੋਂ ਹੀ ਉਹ ਆਏ ਆ। RSS ਨਾਲ ਵੀ ਉਹਨਾਂ ਦੇ ਕਨੈਕਸ਼ਨ ਹੈਗੇ ਆ। ਉਹ ਤਾਂ ਸੋਨੀਆ ਨੂੰ ਵੀ ਦੇਵੀ ਕਹਿੰਦੇ ਰਹੇ ਆ, ਉਹਦੇ ਕੀ ਹੈ? ਚਲੋ ਮਤਲਬ ਉਹਨਾਂ ਦੇ ਉਧਰ ਕਨੈਕਸ਼ਨ ਹੈ, ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤਾਂ ਢੀਂਡਸਾ ਸਾਹਿਬ ਨਾਲ ਤਾਂ ਉਹਨਾਂ ਦਾ ਕੋਈ ਐਸਾ ਮਤਲਬ ਨਹੀਂ ਹੈ ਕਨੈਕਸ਼ਨ। ਤੁਸੀਂ ਵੀ ਐਵੇਂ ਸਮਝਦੇ ਹੋ ਸਿਰਫ ਵੀ ਜਿਹੜਾ ਇਹ ਬਿਆਨ ਜਿਹੜੇ ਦਿੱਤੇ ਗਏ ਸਿਰਫ ਜਿਹੜਾ ਹੈਗਾ ਵੀ ਉਹ ਆਈਸੋਲੇਟ ਕੀਤੇ ਗਏ ਆ, ਉਹਨਾਂ ਦਾ ਸਥਾਨ ਨਹੀਂ ਰਿਹਾ ਉੱਤੇ, ਇਸ ਕਰਕੇ ਬਿਆਨ ਦੇ ਰਿਹਾ ਕਿ ਪਾਰਟੀ ਦੇ ਵਿੱਚ ਇਹ ਕੋਈ ਗੁੰਜਾਇਸ਼ ਨਹੀਂ ਹੁੰਦੀ ਕਿ ਜਿਹੜੇ ਵਾਜਬ ਮੁੱਦੇ ਆ ਉਹ ਪਾਰਟੀ ਦੇ ਵਿੱਚ ਉਠਾਏ ਜਾਣ। ਜੇ ਤੁਸੀਂ ਕਿਸਾਨਾਂ ਨੂੰ ਲੈ ਕੇ ਤੁਸੀਂ ਰੈਲੀ ਕਰ ਰਹੇ ਹੋ ਤਾਂ ਰੈਲੀ ਦੇ ਵਿੱਚ ਕਿਸਾਨਾਂ ਨਾਲ ਸੰਬੰਧਿਤ ਮੁੱਦਾ ਆ ਤਾਂ ਕਿਉਂ ਨਾ ਉਠਾਇਆ ਜਾਂਦਾ? ਇਹ ਵੇਖੋ, ਜਿਹੜਾ ਤਾਂ ਕਿਸਾਨਾਂ ਦੇ ਮੁੱਦੇ ਆ ਜਿਹੜੇ ਪੰਜਾਬ ਦੇ ਹੁਣ ਕਿਸਾਨ ਸੰਘਰਸ਼ ਦੀ ਗੱਲ ਕਰਦੇ ਆ, ਇਹ ਅੱਜ ਤੋਂ ਤਾਂ ਸ਼ੁਰੂ ਨਹੀਂ ਹੈਗਾ। ਤੇ WTO ਤੋਂ ਜਦੋਂ ਇਹ ਲੱਗੇ, ਅੱਜ ਸਰਕਾਰ ਜੋ ਮਰਜ਼ੀ ਅਸੀਂ ਬੈਠ ਕੇ ਕਹੀ ਜਾਈਏ, ਸਰਕਾਰ ਕਿਸੇ ਦੀ ਵੀ ਹੋਵੇ, ABC ਕਿਸੇ ਦੀ ਵੀ ਸੈਂਟਰ 'ਚ ਹੋਵੇ, ਉਹਨੇ ਉਹੀ ਕਰਨਾ ਜੋ ਮੋਦੀ ਅੱਜ ਕਰ ਰਿਹਾ ਸੀ, ਕਿਉਂਕਿ ਜਿਸ ਰਸਤੇ ਚੱਲੇ ਸੀ ਉਹਨੇ ਉੱਥੇ ਪਹੁੰਚਣਾ ਸੀਗਾ।
WTO ਤੇ ਜਦੋਂ ਤੁਸੀਂ ਸਾਈਨ ਕਰਕੇ ਚੱਲੇ ਹੋ, ਜਿਹੜਾ ਜਿਸ ਮਾਡਲ ਨੂੰ ਤੁਸੀਂ ਫਾਲੋ ਕਰਨਾ ਆ, ਉਹਦੀ ਸਪੀਡ 'ਚ ਫਰਕ ਹੋ ਸਕਦਾ ਫਿਰ ਇਹਦਾ ਸੀਗਾ। ਕਾਂਗਰਸ ਨੇ ਕੀਤਾ ਸੀ ਨਾ ਸਭ ਤੋਂ ਕਾਂਗਰਸ ਨੇ, ਹਾਂ। ਮੈਂ ਉਹੀ ਕਹਿ ਰਿਹਾ ਵੀ ਮਨਮੋਹਨ ਸਿੰਘ ਨੇ ਸ਼ੁਰੂ ਕੀਤਾ ਔਰ ਨਰਸਿਮਹਾ ਰਾਓ ਸਰਕਾਰ ਨੇ ਇਹਨੂੰ ਇੰਪਲੀਮੈਂਟ ਕੀਤਾ, ਨੋਬਲ ਚ ਲੈ ਕੇ ਆਈ। ਹਾਂ, ਬਿਲਕੁਲ ਇਹੀ ਆ ਕਿ ਉਹ ਇੱਧਰ ਵਧਣ ਇੱਥੇ ਆਉਣਾ ਹੀ ਸੀਗਾ। ਜਦੋਂ ਸੰਸਾਰ ਦੇ ਵਿੱਚ ਵੱਡੀ ਸਟੇਟ ਹੈ ਜਿਹਨੂੰ ਅਸੀਂ ਫਾਲੋ ਕਰ ਰਹੇ ਹਾਂ, ਉਹ ਉੱਥੇ ਕਿਸਾਨ ਮਰ ਰਿਹਾ ਆ, ਉੱਥੇ ਅੱਜ ਦੀ ਡੇਟ 'ਚ 13% ਕਿਸਾਨ ਰਹਿ ਗਿਆ ਆ, ਤੇ ਉਹਨੂੰ ਫਾਲੋ ਕਰਕੇ ਤੁਸੀਂ ਕਿਸਾਨਾਂ ਦੀ ਇੱਥੇ ਕੋਈ ਵੱਡੀ ਸਪੇਸ ਛੱਡੋਗੇ, ਇਹ ਪੋਸੀਬਲ ਨਹੀਂ ਹੈ। ਖਤਮ ਹੋਣੇ ਸਿੱਧੂ ਨੇ ਗਲਤ ਕੀ ਪੁੱਛਿਆ ਉਹਨਾਂ ਤੋਂ? ਸਿੱਧੂ ਨੇ ਗਲਤ ਠੀਕ ਕੁਝ ਨਹੀਂ ਹੁੰਦਾ ਜੀ। ਇਹਨਾਂ ਵੱਡੀਆਂ ਪਾਰਟੀਆਂ ਜਿਹੜੀਆਂ ਦੋ ਨੈਸ਼ਨਲ ਪਾਰਟੀਆਂ ਨੇ, ਇਹਨਾਂ ਨੇ ਕਾਰਪੋਰੇਟਾਂ ਤੋਂ ਪੈਸੇ ਲੈ ਕੇ ਇਲੈਕਸ਼ਨ ਲੜਨੇ ਆ। ਇਹਨਾਂ ਦੋਨਾਂ ਦਾ ਗੁਜ਼ਾਰਾ ਨਹੀਂ ਹੈਗਾ, ਨਾ ਅਬਾਨੀਆਂ ਤੇ ਅਡਾਨੀਆਂ ਦਾ। ਇਹ ਆਪਣੇ ਆਪ 'ਚ ਹੀ ਕਾਰਪੋਰੇਟਾਂ ਦੀਆਂ ਜਿਹੜੀਆਂ ਲੋਕਾਂ ਦੀਆਂ ਪਾਰਟੀਆਂ ਨਾ ਰਹਿ ਕੇ ਹੁਣ ਕਾਰਪੋਰੇਟਾਂ ਦੀਆਂ ਕਾਪੀਆਂ। ਨਵਜੋਤ ਸਿੰਘ ਸਿੱਧੂ ਨੇ ਇਹੀ ਗੱਲ ਕਹੀ ਹੈ ਕਿ ਅਸੀਂ ਅਡਾਨੀਆਂ ਦਾ ਮਾਇਨੇ ਪੰਜਾਬ ਨਹੀਂ ਬਣਨ ਦਿਆਂਗੇ। ਮੈਂ ਕਹਿੰਦਾ ਵੀ ਨਵਜੋਤ ਸਿੱਧੂ ਨੂੰ ਵੀ ਪੰਜਾਬ ਦਾ CM ਬਣਾ ਦਿਓ, ਉਹਨੂੰ ਵੀ ਤੁਸੀਂ ਸੈਂਟਰ 'ਚ ਲਾ ਦਿਓ, ਉਹੀ ਇਹੀ ਕਰੂਗਾ ਜਿਹੜੇ ਸਮਝੌਤੇ ਭਾਰਤ ਸਰਕਾਰ ਨੇ ਕਰ ਲਏ ਹੈ ਵਰਲਡ ਪੱਧਰ ਤੇ, ਉਹਨਾਂ ਦਾ ਰਸਤਾ ਉੱਧਰ ਹੀ ਜਾਂਦਾ ਆ। ਇਹ ਸਿਰਫ ਅਸੀਂ ਇੱਕ ਦੂਜੇ ਨੂੰ ਭੰਡਣ ਵਾਸਤੇ ਅਸੀਂ ਯੂਜ਼ ਕਰਦੇ ਆ ਰਹੇ ਸਾਡੇ, ਕਿਉਂਕਿ ਉਹਦੇ ਵਿੱਚ ਕੋਈ ਹਿੰਦੂਤਵ ਦਾ ਵੀ ਕੋਈ ਇੰਟਰਸਟ ਜੁੜੇ ਹੋਏ ਆ, ਇਸ ਕਰਕੇ ਉਹਦੀ ਸਪੀਡ ਜਿਹੜੀ ਆ ਜ਼ਿਆਦਾ ਹੋ ਗਈ ਹੈ। ਇਸ ਕਰਕੇ ਕਰੋਨਾ ਦੀ ਮਹਾਮਾਰੀ ਆ ਗਈ ਹੈ, ਇਸ ਕਰਕੇ ਕਈ ਹਾਲਾਤ ਜਿਹੜੇ ਸੰਕਟ ਦੇ ਰੂਪ 'ਚ ਬਣ ਗਏ ਆ। ਪਰ ਜਿੱਥੋਂ ਤੱਕ ਤੁਸੀਂ ਪਾਲਿਸੀਆਂ ਦੀ ਗੱਲ ਕਰਦੇ ਹੋ, ਪਾਲਿਸੀਆਂ ਦਾ ਮੈਨੂੰ ਅਜੇ ਤੱਕ ਵੀ ਕੋਈ ਐਵੇਂ ਦਾ ਬਿਆਨ, ਐਵੇਂ ਦਾ ਡਾਕੂਮੈਂਟ ਨਵਜੋਤ ਸਿੱਧੂ ਦਾ ਸਾਹਮਣੇ ਨਹੀਂ ਆਇਆ ਜਿਹੜਾ ਪੰਜਾਬ ਦੀ ਕਿਸਾਨੀ ਨੂੰ, ਹਿੰਦੁਸਤਾਨ ਦੀ ਕਿਸਾਨੀ ਨੂੰ ਬਚਾਉਣ ਲਈ ਕੋਈ ਤੁਹਾਨੂੰ ਦਲੀਲ ਦਿੰਦਾ ਹੋਵੇ। ਕਿਉਂਕਿ ਅੱਜ ਕੋਈ ਵਿਜ਼ਨ ਤਾਂ ਹੈ ਨਹੀਂ, ਕੋਈ ਇਸ ਤਰ੍ਹਾਂ ਦੀ ਸਟੇਟਮੈਂਟ ਨਹੀਂ ਹੈਗੀ। ਉਹ ਜਿਹੜੇ ਭਾਸ਼ਣ ਮੀਡੀਆ ਤੇ ਦਿੱਤੇ ਜਾਂਦੇ ਆ, ਉਹਨਾਂ ਭਾਸ਼ਣਾਂ ਦੇ ਵਿੱਚ ਉਹ ਦੇਖੋ, ਉਹ ਜਿਹੜੇ ਆ ਸਟੇਡੀਅਮ ਦੇ ਵਿੱਚ ਜਦੋਂ ਅਨਾਉਂਸਮੈਂਟ ਕਰ ਰਹੇ ਹੁੰਦੇ ਆ, ਉਦੋਂ ਤਾਂ ਠੀਕ ਹੋ ਜਾਂਦਾ, ਪਰ ਜਿਹੜਾ ਤੁਹਾਡਾ ਸਿਆਸਤ ਦੇ ਵਿੱਚ, ਸਿਆਸੀ ਪ੍ਰੋਗਰਾਮਾਂ ਦੇ ਵਿੱਚ ਠੋਕੋ ਤਾੜੀ ਨਾਲ ਨਹੀਂ ਕੰਮ ਚੱਲਦਾ। ਉੱਥੇ ਤੁਸੀਂ ਚੁਟਕਲੇ ਸੁਣਾ ਕੇ ਇਹ ਜ਼ਿਆਦਾ ਨਹੀਂ ਕਰ ਸਕਦੇ। ਔਰ ਪੰਜਾਬ ਦੇ ਵਿੱਚ ਵੀ ਮੈਨੂੰ ਨਹੀਂ ਲੱਗਦਾ ਕਿ ਜਿੱਧਰ ਵੀ ਸਿੱਧੂ ਚਲੇ, ਜਿਵੇਂ ਮੰਨਿਆ ਜਾਂਦਾ ਕਿ ਉਹ ਧਿਰ ਜਿੱਤ ਜੂਗੀ, ਜਿੱਤੇਗੀ ਇੱਥੇ ਉਹੀ ਧਿਰ, ਕਿਉਂਕਿ ਲੋਕਾਂ ਦੀਆਂ ਆਸ਼ਾਵਾਂ ਬਹੁਤ ਅੱਗੇ ਨੇ। ਜਿੰਨਾ ਚਿਰ ਤੱਕ ਲੋਕਾਂ, ਕਿਉਂਕਿ ਅੱਜ ਦੀ ਡੇਟ ਵਿੱਚ ਤੁਸੀਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਕਿ ਸਿੱਧੂ ਨਾਇਕ ਹੈਗੇ ਹੈ, ਇਹਦਾ ਮਤਲਬ ਹੈ ਕਿ ਹੁਣ ਉਹ ਜਿਹੜੀ ਬਦਨੀ ਕਲਾ ਦੇ ਵਿੱਚ ਉਹਨੇ ਕਹਿ ਤਾ ਠੋਕੋ ਤਾੜੀ ਦੇ ਖਲਨਾਇਕ ਬਣ ਗਏ। ਉਹ ਨਹੀਂ, ਉਹਨਾਂ ਨੇ ਜਿਹੜੇ ਉੱਥੇ ਮੁੱਦੇ ਉਠਾਏ ਆ, ਨਾਇਕ ਹੈਗੇ ਆ, ਪਰ ਨਾਇਕ ਕਿਸ ਇਸ਼ੂ ਤੇ ਆ? ਉਹ BJP ਦੀ ਗੱਲ ਕਰਨ ਨਾਲ ਪੰਜਾਬ 'ਚ ਨਾਇਕ ਨਹੀਂ ਹੋਣਗੇ। ਇੱਥੇ ਜਿਹੜਾ ਬਾਗੀ ਗੱਲ ਕਰੇਗਾ ਸਟੇਟ ਤੋਂ, ਉਹ ਨਾਇਕ ਹਮੇਸ਼ਾ ਉਹੀ ਨਾਇਕ ਹੁੰਦਾ ਜਿਹੜਾ ਬਾਗੀ ਗੱਲ ਕਰਦਾ ਹੈ। ਜੇ ਪੰਜਾਬੀਆਂ ਦੀ ਭਾਵਨਾਵਾਂ ਨੂੰ ਮੁੱਖ ਰੱਖ ਕੇ ਗੱਲ ਨਹੀਂ ਕਰਨਗੇ ਤੇ ਉਹ ਖਤਮ ਹੋ ਜਾਣਗੇ। ਅਮਰਿੰਦਰ ਸਿੰਘ ਜੀ, ਤੂੰ ਸਮਝਦੇ ਹੋ ਉਹਨਾਂ ਨੇ ਉੱਥੇ BJP ਦੀ ਪੈਰਵੀ ਕੀਤੀ, ਬਾਗੀ ਗੱਲ ਨਹੀਂ ਕੀਤੀ? ਜਿਹੜਾ ਬੰਦਾ ਆਪਦੀ ਪਾਰਟੀ ਦੇ ਹਾਈ ਕਮਾਂਡ ਦੇ ਸਾਹਮਣੇ ਸਵਾਲ ਕਰ ਰਿਹਾ ਹੈ, ਉਸ ਤੋਂ ਵੱਡੀ ਬਾਗਿਆਨਾ ਸੁਰਖੀ ਹੋ ਸਕਦੀ ਕਿਸੇ ਦੀ? ਦੇਖੋ, ਪਾਰਟੀ ਦੇ ਖਿਲਾਫ ਗੱਲ ਕਰਨੀ ਹੋਰ ਚੀਜ਼ ਹੁੰਦੀ ਹੈ। ਜਦੋਂ ਤੁਸੀਂ ਆਈਸੋਲੇਸ਼ਨ ਦੇ ਵਿੱਚ ਬੈਠੇ ਹੋ, ਹਰ ਚੀਜ਼ ਨੂੰ ਤੁਸੀਂ ਕੰਡੈਮ ਹੀ ਕਰਦੇ ਜਾ ਰਹੇ ਹੋ, ਕੰਸਟਰਕਟਿਵ ਚੀਜ਼ ਤੁਹਾਨੂੰ ਕੋਈ ਦਿਖ ਹੀ ਨਹੀਂ ਰਹੀ ਗਵਰਨਮੈਂਟ ਦੇ ਵਿੱਚ, ਆਪਣੀ ਪਾਰਟੀ ਰੂਲਿੰਗ ਦੇ ਵਿੱਚ ਹੀ ਤੁਹਾਨੂੰ ਨਹੀਂ ਦਿਖ ਰਹੀ, ਤੇ ਤੁਹਾਨੂੰ ਮਤਲਬ ਤੁਹਾਡੀ ਮਨਸ਼ਾ ਸਾਫ਼ ਝਲਕਦੀ ਹੈ। ਲੋਕੀ ਵੀ ਆਫਟਰ ਆਲ ਅੰਡਰਸਟੈਂਡ ਕਰਦੇ ਹੀ ਹੈ, ਅਸੀਂ ਵੀ ਸਮਝ ਹੀ ਰਹੇ ਹਾਂ ਕਿ ਉਹ ਕੀ ਬੋਲ ਰਹੇ ਹੈ। ਤੇ ਇਸ ਤੋਂ ਤਾਂ ਆਪਾਂ ਆਈਡੀਆ ਇਹੀ ਲਾ ਰਹੇ ਹਾਂ ਕਿ ਵੀ ਉੱਥੇ ਉਹ ਸਫੋਕੇਟ ਹੋ ਚੁੱਕੇ, ਉੱਥੇ ਉਹ ਨਹੀਂ ਰਹਿਣਾ ਚਾਹੁੰਦੇ, ਤੇ ਉਹ ਬਾਹਰ ਦਾ ਰਸਤਾ ਲੱਭ ਰਹੇ। ਖੁਸ਼ਹਾਲ ਸਿੰਘ ਜੀ ਉਹਨਾਂ ਨੇ ਕਹੀ ਹੈ, ਮੈਂ ਇਹਨਾਂ ਨਾਲ ਸਹਿਮਤ ਹੈਗਾ ਹਾਂ ਕਿ ਉਹਨਾਂ ਦੇ ਕੋਲ ਕੋਈ ਇੰਡੀਵਿਜੂਅਲ ਤੌਰ ਤੇ ਕੋਈ ਉਸ ਤਰ੍ਹਾਂ ਦੀ ਸਮਝ ਨਹੀਂ ਹੈਗੀ ਜਾਂ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ। ਜਦੋਂ ਹੁਣ ਇਸ ਵੇਲੇ ਪੰਜਾਬ ਸਾਰਾ ਜਿਹੜਾ ਹੈਗਾ ਉਹ ਕਿਸਾਨੀ ਨੂੰ ਬਚਾਉਣ ਲਈ ਸੜਕਾਂ ਤੇ ਆ ਰਿਹਾ ਆ, ਮੈਂ ਤੇ ਇਹ ਵੀ ਦੇਖ ਰਿਹਾ ਵੀ ਬਹੁਤ ਸਾਰੀ ਉਹ ਜਨਤਾ ਜਿਹੜੀ ਕਦੇ ਵੀ ਅਸੀਂ ਦੇਖੀ ਨਹੀਂ ਸੀ ਵੀ ਉਹ ਕੋਈ ਸੰਘਰਸ਼ ਕਰ ਸਕਦੇ ਆ ਜਾਂ ਉਹਨਾਂ 'ਚ ਦਮਖਮ ਹੈ, ਉਹ ਵੀ ਇਹਨਾਂ ਦਿਨਾਂ 'ਚ ਕਿਸਾਨਾਂ ਦਾ ਸਾਥ ਦੇ ਰਹੇ ਆ। ਬਹੁਤੀਆਂ ਥਾਵਾਂ ਤੇ ਦੇਖਿਆ ਗਿਆ, ਭਾਵੇਂ ਅਸੀਂ ਚੰਡੀਗੜ੍ਹ ਦੇ ਨੇੜੇ ਬੈਠੇ ਸਾਨੂੰ ਨਹੀਂ ਨਜ਼ਰ ਆ ਰਿਹਾ, ਪਰ ਪਿੰਡਾਂ ਦੇ ਵਿੱਚ ਕਿਸਾਨਾਂ ਦਾ ਸਾਰੇ ਵਰਗ ਸਾਥ ਦੇ ਰਹੇ ਆ, ਸਾਰੇ ਧਰਮ ਸਾਥ ਦੇ ਰਹੇ ਆ, ਇੱਥੋਂ ਤੱਕ ਕਿ ਦੁਕਾਨਦਾਰ ਵੀ ਸਾਥ ਦੇ ਰਹੇ ਆ, ਮਜ਼ਦੂਰ ਵੀ ਸਾਥ ਦੇ ਰਹੇ ਆ। ਔਰ ਉਸ ਸਮੇਂ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ 'ਚ ਬੈਠ ਕੇ ਜਾਂ ਕਿਤੇ ਹੋਰ ਬੈਠ ਕੇ ਚੁੱਪਚਾਪ ਜਿਹੜਾ ਹੈਗਾ ਆ ਕੇ ਸੰਬੋਧਨ ਕਰਦੇ ਆ, ਔਰ ਉਹਦੇ ਵਿੱਚ ਸਿਰਫ ਜਿਹੜਾ ਹੈਗਾ ਉਹ ਆਪਣੀ ਹਾਈ ਕਮਾਂਡ ਨੂੰ ਸਵਾਲ ਕਰਦੇ ਆ ਜਾਂ ਫਿਰ ਜਿਹੜਾ ਮਨੋਰੰਜਨ ਕਰਦੇ ਆ, ਤੇ ਮੇਰਾ ਖਿਆਲ ਹੈ ਵੀ ਇਹ ਉਸ ਗੰਭੀਰਤਾ ਦੇ ਤੌਰ ਤੇ ਉਹਨੂੰ ਲੈਣਾ ਬੜਾ ਔਖਾ ਹੈ। ਅਮਰਿੰਦਰ ਸਿੰਘ ਜੀ, ਜੇ ਨਵਜੋਤ ਸਿੰਘ ਸਿੱਧੂ ਹੁਣ ਵੀ ਗੰਭੀਰਤਾ ਨਹੀਂ ਦਿਖਾ ਰਹੇ, ਤਾਂ ਤੁਹਾਨੂੰ ਲੱਗਦਾ ਹੈ ਵੀ ਉਹਨਾਂ ਦੀ ਜਿਹੜੀ ਇੱਕ ਉਹਨਾਂ ਦੇ ਪ੍ਰਤੀ ਜਿਹੜੀ ਕਿਉਰਿਓਸਿਟੀ ਹੈ, ਜਿਹੜੀ ਇੱਕ ਉਹਨਾਂ ਦੇ ਪ੍ਰਤੀ ਲੋਕਾਂ ਦਾ ਇੱਕ ਜਿਹੜੀ ਉਤਸੁਕਤਾ ਬਣੀ ਰਹਿੰਦੀ ਹੈ ਹਮੇਸ਼ਾ, ਉਹਨੂੰ ਬਰਕਰਾਰ ਰੱਖ ਸਕਣਗੇ ਲੰਬਾ ਸਮਾਂ ਹੋਰ ਜਾਂ ਇਲੈਕਸ਼ਨਾਂ ਤੱਕ? ਦੇਖੋ ਮਦਨਦੀਪ ਜੀ, ਸਭ ਤੋਂ ਵੱਡਾ ਜਿਹੜਾ ਉਹਨਾਂ ਦੇ ਪੂਰੇ ਕੈਰੀਅਰ ਦੇ ਵਿੱਚ, ਪੋਲੀਟੀਕਲ ਕੈਰੀਅਰ ਦੇ ਵਿੱਚ ਜਿਹੜਾ ਪਲੱਸ ਪੁਆਇੰਟ ਹੈਗਾ, ਉਹ ਕਰਤਾਰਪੁਰ ਦਾ ਲਾਂਘਾ ਜਿਹੜਾ ਉਹਨਾਂ ਨੇ ਉੱਥੇ ਭੂਮਿਕਾ ਨਿਭਾਈ ਜਾਂ ਉਹਨਾਂ ਨੂੰ ਦਰਸਾਇਆ ਗਿਆ ਕਿ ਇਹਨਾਂ ਨੇ ਨਿਭਾਈ ਹੈ, ਜੋ ਵੀ ਉਹਦਾ ਆਪਾਂ ਉਹਨੂੰ ਜਿਸ ਮਰਜ਼ੀ ਵਰਡਸ ਦੇ ਵਿੱਚ ਪੁੱਟ ਅਪ ਕਰ ਦਈਏ, ਉਹ ਬਹੁਤ ਵੱਡਾ ਪਲੱਸ ਪੁਆਇੰਟ ਇੱਕ ਉਹਨਾਂ ਦੇ ਉਹਦੇ ਵਿੱਚ ਹੈਗਾ, ਤੇ ਅਜੇ ਉਸ ਨੂੰ ਉਹਨਾਂ ਨੇ ਐਕਸਪਲੋਇਟ ਕਰਨਾ ਹੈਗਾ।
ਉਹਦਾ ਮਤਲਬ ਕਿਸ ਜਗ੍ਹਾ ਤੇ ਜਾ ਕੇ ਉਸ ਨੂੰ ਮਤਲਬ ਕੈਸ਼ ਇਨ ਕਰਨਗੇ ਉਹ ਸਮਾਂ ਦੱਸੇਗਾ। ਲੇਕਿਨ ਇਸ ਤੋਂ ਇਲਾਵਾ ਕੋਈ ਵੱਡੀ ਮਤਲਬ ਪੋਲੀਟੀਕਲ ਅਚੀਵਮੈਂਟ ਉਹਨਾਂ ਦੀ ਦਿਖਦੀ ਨਹੀਂ ਹੈ। ਸਿਰਫ ਇੱਕੋ ਹੀ ਇੱਕ ਦਿਖਦੀ ਹੈ ਕਿ ਉਹਨਾਂ ਨੇ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਲਈ ਇਮਰਾਨ ਖਾਨ ਦੇ ਨਾਲ ਕਿਵੇਂ ਨੈਗੋਸ਼ੀਏਟ ਕਰਕੇ ਸਾਰਾ ਕੁਝ ਉਹਨਾਂ ਨੇ ਉਸ ਦੇ ਵਿੱਚ ਭੂਮਿਕਾ ਨਿਭਾਈ ਆ, ਉਹ ਇੱਕ ਪਲੱਸ ਜ਼ਰੂਰ ਹੈ ਉਹਨਾਂ ਦਾ। ਉਸ ਤੋਂ ਇਲਾਵਾ ਜਿਵੇਂ ਖੁਸ਼ਹਾਲ ਜੀ ਨੇ ਕਿਹਾ ਕਿ ਬਈ ਕੋਈ ਵਿਜ਼ਨ ਨਹੀਂ ਹੈ, ਕੋਈ ਸਟ੍ਰੈਟਜੀ ਨਹੀਂ ਹੈ, ਇੱਦਾਂ ਤੇ ਲੰਬੇ ਸਮੇਂ ਗਾਇਬ ਹੋ ਜਾਂਦੇ ਆ, ਕੋਈ ਪਤਾ ਨਹੀਂ ਉਹਨਾਂ ਨੇ ਕਦੋਂ ਵੈਸ਼ਨੋ ਦੇਵੀ ਚਲੇ ਜਾਣਾ, ਕਦੋਂ ਉਹਨਾਂ ਨੇ ਲਾਂਘਾ ਖੁਲਾਇਆ ਹੈ ਉਹ ਕੌਮਾਂਤਰੀ ਪੱਧਰ ਦਾ ਕੌਮਾਂਤਰੀ ਪੱਧਰ ਦੀ ਅਚੀਵਮੈਂਟ ਹੈ। ਇੱਕ ਬਹੁਤ ਵੱਡਾ ਜਿਹੜਾ ਹੈਗਾ ਉਹ ਇੱਕ ਉਹ ਇੰਟਰਨੈਸ਼ਨਲ ਲੈਵਲ ਦੀ ਗੱਲ ਹੈਗੀ। ਬਹੁਤ ਸਾਰੇ ਮਤਲਬ ਜਿਹੜੇ ਅਸਲੀ ਪਲੇਅਰ ਤਾਂ ਸਾਹਮਣੇ ਆਏ ਨਹੀਂ ਉਹਦੇ ਵਿੱਚ। ਮੇਰਾ ਇਹ ਮੰਨਣਾ ਕਿ ਬਈ ਅਸਲੀ ਪਲੇਅਰ ਸਾਹਮਣੇ ਨਹੀਂ ਆਏ, ਪਰ ਹੁਣ ਮੇਰਾ ਖਿਆਲ ਹੈ ਵੀ ਉਹਨਾਂ ਦਾ ਆਉਣਾ ਵੀ ਬਹੁਤ ਔਖਾ ਜਦੋਂ ਨਵਜੋਤ ਸਿੰਘ ਸਿੱਧੂ ਇਹਦੇ ਵਿੱਚ ਪੂਰਾ ਨਮਨਾ ਖੜ ਚੁੱਕੇ ਹੈ ਔਰ ਨਾਇਕ ਦੇ ਤੌਰ ਤੇ ਉੱਭਰ ਚੁੱਕੇ ਹੈ। ਅੱਗੇ ਜਾ ਕੇ ਨਵਜੋਤ ਸਿੰਘ ਸਿੱਧੂ ਕੀ ਕਰਨਗੇ ਇਹ ਬਹੁਤ ਮਸਲਾ ਜਿਹੜਾ ਹੈਗਾ ਇਹਦੇ ਬਾਰੇ ਬਹੁਤ ਸਾਰੇ ਲੋਕ ਸੋਚ ਰਹੇ ਆ, ਸਮਝਣ ਦਾ ਯਤਨ ਕਰ ਰਹੇ ਆ। ਜੇ ਅਸੀਂ ਉਹਨਾਂ ਨੂੰ ਸਮਝਾ ਸਕੀਏ ਤਾਂ ਅਗਲੇ ਸੈਗਮੈਂਟ 'ਚ ਆ ਕੇ ਅਸੀਂ ਉਹਦੇ 'ਤੇ ਗੱਲਬਾਤ ਜਾਰੀ ਰੱਖਾਂਗੇ। ਬਣੇ ਰਹੋ, ਛੋਟੀ ਜਿਹੀ ਬ੍ਰੇਕ ਆ, ਬ੍ਰੇਕ ਤੋਂ ਬਾਅਦ ਤੁਰੰਤ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡਾ ਮੁੜ ਸਵਾਗਤ ਹੈ ਜੀ। ਅਸੀਂ ਗੱਲ ਕਰ ਰਹੇ ਹਾਂ ਕਿ ਨਵਜੋਤ ਸਿੰਘ ਸਿੱਧੂ ਕੀ ਕਰਨਗੇ, ਕਿਉਂਕਿ ਨਵਜੋਤ ਸਿੰਘ ਸਿੱਧੂ ਬਾਰੇ ਸਪਸ਼ਟ ਕਰ ਦਿੱਤਾ ਉਹਨਾਂ ਦੀ ਪਾਰਟੀ ਦੇ ਇੰਚਾਰਜ ਰਾਵਤ ਨੇ ਕਿ ਨਵਜੋਤ ਸਿੰਘ ਸਿੱਧੂ ਦਾ ਨਾ ਪਾਰਟੀ ਵਿੱਚ ਕੋਈ ਸਥਾਨ ਹੈ ਔਰ ਨਾ ਸਰਕਾਰ 'ਚ ਸਥਾਨ ਹੈ। ਜੇ ਪਾਰਟੀ ਵਿੱਚ ਵੀ ਸਥਾਨ ਨਹੀਂ, ਸਰਕਾਰ 'ਚ ਵੀ ਸਥਾਨ ਨਹੀਂ ਹੈ ਤਾਂ ਸਥਾਨ ਕਿੱਥੇ ਹੈ, ਉਹਦਾ ਸਥਾਨ ਕੀ ਹੈ, ਕਿਹੜਾ ਸਥਾਨ ਤਲਾਸ਼ ਰਿਹਾ, ਉਹਦੇ ਬਾਰੇ ਗੱਲਬਾਤ ਅਸੀਂ ਕਰ ਰਹੇ ਹਾਂ। ਔਰ ਮੇਰੇ ਨਾਲ ਨੇ ਖੁਸ਼ਹਾਲ ਸਿੰਘ ਜੀ, ਰਾਜਨੀਤਿਕ ਵਿਸ਼ਲੇਸ਼ਕ ਨੇ, ਔਰ ਅਮਰਿੰਦਰ ਸਿੰਘ ਜੀ ਅਕਾਲੀ ਦਲ ਡੈਮੋਕ੍ਰੇਟਿਕ ਤੋਂ ਨੇ। ਗੱਲ ਚੱਲ ਰਹੀ ਖੁਸ਼ਹਾਲ ਸਿੰਘ ਜੀ ਵੀ ਨਵਜੋਤ ਸਿੰਘ ਸਿੱਧੂ ਦਾ ਜੇ ਕਾਂਗਰਸ 'ਚ ਹੁਣ ਸਥਾਨ ਨਹੀਂ ਰਿਹਾ, ਜਿਵੇਂ ਕਿ ਰਾਵਤ ਨੇ ਕਲੀਅਰ ਕਰ ਦਿੱਤਾ ਹੈ, ਤਾਂ ਅਗਲਾ ਸਥਾਨ ਉਹਨਾਂ ਲਈ ਕੀ ਹੋਊਗਾ, ਉਹ ਕਿਸ ਤਰ੍ਹਾਂ ਦਾ ਸਥਾਨ ਤਲਾਸ਼ ਰਹੇ ਹੋਣਗੇ। ਇਹਦੇ 'ਤੇ ਜੇ ਤੁਸੀਂ ਚਾਨਣਾ ਪਾ ਸਕੋਗੇ, ਮਤਲਬ ਸਾਰੀਆਂ ਚੀਜ਼ਾਂ ਨੂੰ ਆਪਾਂ ਸਮਝ ਰਹੇ ਹਾਂ ਕਿ ਉਹਦੇ ਲਈ ਕਿਹੜੀ ਪਾਰਟੀ ਬਚੀ ਹੈ, ਉਹਨਾਂ ਦੀ ਰਾਜਨੀਤੀ ਨੂੰ ਜਾਂ ਉਹਨਾਂ ਦੇ ਸੁਭਾਅ ਨੂੰ ਕਿਹੜੀ ਪਾਰਟੀ ਵਾਰਾ ਖਾ ਸਕਦੀ ਹੈ ਜਾਂ ਨਹੀਂ ਖਾ ਸਕਦੀ, ਜਾਂ ਉਹਦਾ ਸਥਾਨ ਘਰ ਤੱਕ ਬਚਿਆ ਹੈ ਜਾਂ ਟੈਲੀਵਿਜ਼ਨਾਂ 'ਚ ਹੀ ਹੈ ਵੀ ਉੱਥੇ ਤੁਸੀਂ ਕੰਮ ਕਰੋ ਜਾ ਕੇ। ਕੀ ਕਰਨਗੇ ਨਵਜੋਤ ਸਿੰਘ ਸਿੱਧੂ? ਦੇਖੋ ਜੀ, ਬਹੁਤ ਵੱਡਾ ਜਿਹੜਾ ਇਹ ਸੰਕਟ ਸਿਆਸੀ ਤੌਰ ਤੇ ਖੜਾ ਹੋਇਆ। ਜਿਸ ਪਾਰਟੀ ਵੱਲੋਂ ਇਸ਼ਾਰਾ ਕੀਤਾ ਜਾ ਰਿਹਾ ਕਿ ਉਹ ਜਾ ਸਕਦੇ ਹੈ, ਉਹਦੀ ਜੇ ਇੱਕ ਨਾਇਕ ਦੀ ਭੂਮਿਕਾ ਬਣੀ ਹੈ ਤਾਂ ਉਹਨਾਂ ਦੀ ਇੱਛਾ ਦੇ ਖਿਲਾਫ ਜਾ ਕੇ ਜਦੋਂ ਉਹਨਾਂ ਨੇ ਕਰਤਾਰਪੁਰ ਜੱਫੀ ਪਾਈ, ਉਸ ਤੋਂ ਬਾਅਦ ਉਹ ਪੰਜਾਬ ਦੇ ਵਿੱਚ ਨਾਇਕ ਬਣਦੇ ਆ। ਪੰਜਾਬ ਦੇ ਲੋਕਾਂ ਦੇ ਵਿੱਚ ਨਾਇਕ ਬਣਨ ਲਈ ਸਟੇਟ ਦਾ ਵਿਰੋਧੀ ਹੋਣਾ ਜ਼ਰੂਰੀ ਹੈ। ਤੁਸੀਂ ਪਹਿਲਾਂ ਕਿਹਾ ਸੀਗਾ ਉਹਨੇ ਬਾਗੀਪੁਣਾ ਦਿਖਾਇਆ ਰਾਹੁਲ ਦੇ ਸਾਹਮਣੇ, ਪਰ ਰਾਹੁਲ ਅੱਜ ਕੱਲ੍ਹ ਸੱਤਾ ਨਹੀਂ ਇੰਡੀਆ ਦੇ ਵਿੱਚ, ਸੱਤਾ ਤਾਂ ਬੀਜੇਪੀ ਦੀ ਹੈ। ਜਿਹੜਾ ਉਹਦੇ ਖਿਲਾਫ ਗੱਲ ਕਰੇਗਾ, ਪੰਜਾਬੀ ਹੈ ਜਿਹੜੇ, ਉਹਨੂੰ ਆਪਣਾ ਨਾਇਕ ਮੰਨਣਗੇ। ਇੱਥੇ ਹੁਣ ਜਿਹੜਾ ਇਹਦੇ ਵਾਸਤੇ ਬਹੁਤ ਵੱਡਾ ਸੰਕਟ ਹੈ, ਕਾਂਗਰਸ 'ਚ ਉਹਦੀ ਚੱਲ ਨਹੀਂ ਰਹੀ ਤੇ ਬੀਜੇਪੀ 'ਚ ਜੇ ਜਾਏਗਾ ਉਹ ਤੇ ਪੰਜਾਬ ਦੇ ਲੋਕ ਉਹਨੂੰ ਉਸੇ ਪੱਧਰ ਤੇ ਰਿਜੈਕਟ ਕਰ ਸਕਦੇ ਆ, ਕਿਉਂਕਿ ਪੰਜਾਬ ਦੇ ਵਿੱਚ ਤੇ ਜਿਹੜੀ ਬੀਜੇਪੀ ਦੀ ਹੁਣ ਲੀਡਰਸ਼ਿਪ ਹੈ ਉਹਨਾਂ ਦੇ ਨੂੰ ਲੋਕਾਂ ਦਾ ਫੇਸ ਕਰਨਾ ਬੜਾ ਔਖਾ ਆ। ਤੇ ਕਿਸਾਨੀ ਮੁੱਦੇ ਨੂੰ ਲੈ ਕੇ ਖਾਸ ਕਰ ਕਿਸਾਨੀ ਮੁੱਦੇ ਨੇ। ਦੇਖੋ, ਕਿਸਾਨੀ ਮੁੱਦੇ ਸਿਰਫ ਕਹਿਣ ਨੂੰ ਨੇ, ਇਹ ਹਵਾ ਮਿਲ ਗਈ, ਟਾਈਮ ਮਿਲ ਗਿਆ ਕਿ ਉਹ ਕਿਸਾਨਾਂ ਦੇ ਰੂਪ 'ਚ ਸਾਹਮਣੇ ਆ ਗਿਆ। ਮੁੱਦੇ ਤਾਂ ਪੰਜਾਬ ਦੇ ਪਿਛਲੇ 1947 ਤੋਂ ਲਟਕਦੇ ਆ ਗਏ, ਜਿਹੜੇ ਆ ਰਹੇ ਮੁੱਦੇ ਆ, ਉਹਨਾਂ ਨੂੰ ਲਗਾਤਾਰ ਅਮਨ ਤੇ ਕਾਨੂੰਨ ਦੇ ਨਾਂ ਥੱਲੇ ਕੁਚਲਿਆ ਗਿਆ। ਉਹ ਮੁੱਦੇ ਹੈ, ਮਤਲਬ ਕੇਂਦਰੀ ਸੱਤਾ ਨਾਲ ਜਿਹੜਾ ਟਕਰਾਅ ਚੱਲ ਰਿਹਾ ਉਹ ਸਾਹਮਣੇ ਆ ਰਿਹਾ। ਉਹ ਕਿਸੇ ਨਾ ਕਿਸੇ ਰੂਪ 'ਚ ਜਦੋਂ ਬਰਗਾੜੀ ਦੇ ਰੂਪ 'ਚ ਆ ਜਾਂਦਾ, ਜੋ ਧਾਰਮਿਕ ਇਸ਼ੂ ਹੁੰਦਾ ਆ, ਉਹ ਲੋਕ ਜਿਹੜੇ ਆ ਉਹ ਚੰਬੇ ਦੇ ਸਰਬੱਤ ਖਾਲਸੇ ਚਲੇ ਜਾਂਦੇ ਆ, ਉਹ ਬਰਗਾੜੀ ਮੋਰਚੇ ਚਲੇ ਜਾਂਦੇ ਆ, ਉੱਥੋਂ ਨਿਰਾਸ਼ ਹੁੰਦੇ ਆ। ਇਹ ਲੋਕ ਸਾਰੇ ਨਿਰਾਸ਼ ਹੋਏ ਆ ਲੀਡਰਸ਼ਿਪ ਤੋਂ। ਔਰ ਪੋਲੀਟੀਕਲ ਜਿਹੜਾ ਹੈਗਾ ਸਿਸਟਮ ਹੈ, ਇਹਦੀ ਜਿਹੜੀ ਆ ਇੱਕ ਭਰੋਸੇਯੋਗਤਾ ਦਾ ਖਤਮ ਹੋ ਜਾਣਾ। ਅੱਜ ਸਿਰਫ ਬੀਜੇਪੀ ਦੇ ਬੰਦਿਆਂ ਦਾ ਜਿਹੜਾ ਆ ਉਹ ਨਹੀਂ ਹੋ ਰਿਹਾ। ਅੱਛਾ, ਮੈਂ ਤੁਹਾਡੀ ਗੱਲ ਮੰਨ ਲੈਂਦਾ ਆ ਵੀ ਬੀਜੇਪੀ ਦੇ ਵਿੱਚ ਜਾਣਗੇ ਤਾਂ ਉਹ ਨਾਇਕ ਦੀ ਜਗ੍ਹਾ ਖਲਨਾਇਕ ਹੋਣਗੇ ਪੰਜਾਬ ਲਈ। ਫਿਰ ਉਹਨਾਂ ਲਈ ਜੇ ਨਾਇਕ ਬਣੇ ਰਹਿਣ ਵਾਸਤੇ ਪੰਜਾਬ ਦੀ ਕਿਹੜੀ ਅਜਿਹੀ ਪਾਰਟੀ ਹੈ, ਅੱਧੇ ਕੁ ਮਤਲਬ 5-4 ਸੈਕਿੰਡ ਦੇ ਵਿੱਚ ਗੱਲ ਕਰ ਸਕੂੰ, ਮੈਂ ਅਮਰਿੰਦਰ ਸਿੰਘ ਕੋਲ ਵੀ ਜਾਣਾ ਹੈ, ਕਿਹੜੀ ਪਾਰਟੀ ਰਹਿ ਗਈ, ਕਿਹੜੇ ਲੋਕ ਰਹਿ ਗਏ, ਕਿਹੜੀ ਧਿਰ ਰਹਿ ਗਈ ਰਾਜਨੀਤਿਕ ਜਿਹਦੇ ਨਾਲ ਉਹਨਾਂ ਨੂੰ ਜੁੜਨਾ ਚਾਹੀਦਾ? ਤੁਹਾਡੀ ਕੀ ਰਾਏ ਹੈ? ਵੇਖੋ ਜੀ, ਮੇਰੀ ਰਾਏ ਆ ਵੀ ਜੇ ਤਾਂ ਅਸੀਂ ਇਸ ਚੱਲ ਰਹੇ ਸੈਟਅਪ ਦੇ ਵਿੱਚ ਗੱਲ ਕਰੀਏ, ਕਿੱਥੇ ਜਾ ਕੇ ਉਹਨਾਂ ਨੂੰ ਸਾਹ ਮਿਲ ਸਕਦਾ ਆ, ਉਹ ਸਿਰਫ ਬਚਦੀ ਹੈ ਆਮ ਆਦਮੀ ਪਾਰਟੀ। ਪਰ ਪੰਜਾਬ ਦੇ ਵਿੱਚ ਉਹਦੀ ਵੀ ਕੋਈ ਲਹਿਰ ਨਹੀਂ, ਕੋਈ ਉਹਦਾ ਆਧਾਰ ਨਹੀਂ, ਕੋਈ ਲਹਿਰ ਤਾਂ ਸਿੱਧੂ ਬਣਾਉਣਗੇ ਨਾ ਜੇ ਨਾਇਕ ਹੈਗੇ। ਨਹੀਂ, ਨਾਇਕ ਤਾਂ ਹੀ ਬਣਾਉਣਗੇ ਨਾ ਜੇ ਟਾਈਮ ਤੇ ਫੈਸਲਾ ਲੈਣਗੇ। ਜੇ ਫੈਸਲਾ ਹੀ ਜਾ ਕੇ ਅੱਗੇ ਸਾਲ ਬਾਅਦ ਲਿਆ, ਫਿਰ ਨਹੀਂ ਉਹਨੂੰ ਕਵਰ ਕਰ ਪਾਉਣਗੇ। ਦੂਜੀ ਗੱਲ ਹੈ ਕਿ ਜਿਹੜੀ ਆ ਕਿਸਾਨ ਸੰਘਰਸ਼ ਚੱਲਦਾ ਆ, ਜੇ ਇਹਨਾਂ ਚੋਂ ਕੋਈ ਲੀਡਰਸ਼ਿਪ ਸਾਹਮਣੇ ਪੋਲੀਟੀਕਲ ਆ ਜਾਂਦੀ ਹੈ
ਤੇ ਉਹਦੇ ਵੀ ਘਰ ਬੈਠ ਕੇ space- ਡਿੱਕਣ ਉਹ ਨਹੀਂ। ਜੇ ਤਾਂ ਦੇਖੋ ਇਹ ਤਾਂ ਨਹੀਂ ਅੱਗੇ ਲਾਉਣਾ ਉਹਨਾਂ ਨੂੰ ਆਉਣਾ ਪਊਗਾ ਲੋਕਾਂ ਦੇ ਵਿੱਚ ਬੈਠ ਕੇ ਲੋਕ ਮੋਰਚਿਆਂ 'ਚ ਸ਼ਾਮਲ ਹੋਣਾ ਜੋ ਡਿਸਾਈਡ ਉਹਨਾਂ ਨੇ ਕਰਨਾ ਹੈ ਕਿ ਉਹਨਾਂ ਨੇ ਕਾਂਗਰਸ ਛੱਡਣੀ ਹੈ ਜਾਂ ਕਾਂਗਰਸ ਦੇ ਨਾਲ ਰਹਿਣਾ ਹੈ। ਜੇ ਉਹ ਅੱਜ ਦੀ ਡੇਟ ਦੇ ਵਿੱਚ ਲੀਡਰਸ਼ਿਪ ਹੈ ਨਹੀਂ ਪੰਜਾਬ ਦੇ ਮਤਲਬ ਕੋਲ, ਜਲਦੀ ਫੈਸਲਾ ਲੈਣਾ ਪੈਗਾ ਫੈਸਲਾ ਲੈ ਲੈਣ ਤੇ ਹੋ ਸਕਦਾ ਹੈ ਆ ਜਿਹੜੇ ਸ਼ੰਭੂ ਬੈਰੀਅਰ ਤੇ ਸਭ ਤੋਂ ਵੱਡੇ ਇਕੱਠ ਹੋਏ ਆ ਲੋਕਾਂ ਦੇ, ਕਿਸੇ ਦੇ ਆਰਗੇਨਾਈਜੇਸ਼ਨ ਦਾ ਇਕੱਠ ਨਹੀਂ, 25 ਵਾਲਾ ਜਿਹੜਾ ਇਕੱਠ ਹੈ ਸਭ ਤੋਂ ਵੱਡਾ ਸ਼ੰਭੂ ਦਾ ਇਕੱਠ ਹੈ। ਜੇ ਇਹਨਾਂ ਲੋਕਾਂ ਦੇ ਵਿੱਚ ਆ ਕੇ ਲੀਡਰਸ਼ਿਪ ਨੂੰ ਲੀਡ ਕਰ ਲੈਂਦੇ ਆ, ਠੀਕ ਹੈ, ਜਿੱਥੇ ਘਾਟ ਵੀ ਹੈ ਠੀਕ ਹੈ, ਤੇ ਠੀਕ ਹੋ ਹੈ। ਸਕਦਾ ਨਹੀਂ ਤੇ ਅਮਰਿੰਦਰ ਸਿੰਘ ਜੀ, possibility ਤੁਹਾਡਾ ਬਹੁਤ ਕੀ ਘੱਟ ਹੈ। ਕਹਿਣਾ ਆ ਕਿ ਤੁਹਾਡੀ ਪਾਰਟੀ ਨੇ ਸੰਪਰਕ ਬਣਾਇਆ ਹੋਇਆ ਨਵਜੋਤ ਸਿੰਘ ਸਿੱਧੂ ਵੱਲ ਜਾਂ ਤੁਸੀਂ ਆਪਣੇ ਵੱਲੋਂ ਜੇ ਉਹਨਾਂ ਨੂੰ ਕੋਈ ਰਾਏ ਦੇਣੀ ਚਾਹੋ ਪਾਰਟੀ ਪ੍ਰੋਗਰਾਮ ਤੋਂ ਜਾਂ ਪਾਰਟੀ ਰਾਜਨੀਤੀ ਤੋਂ ਉੱਤੇ ਉੱਠ ਕੇ? ਤਾਂ ਨਹੀਂ, ਦੇਖੋ ਮੈਂ ਤਾਂ ਉਹਨਾਂ ਨੂੰ ਕੀ ਰਾਏ ਦੇਣਾ ਚਾਹਾਂਗਾ, ਮੇਰੀ ਕੋਈ ਰਾਏ ਨਾ ਹੀ ਉਹ ਮਤਲਬ ਮੇਰੀ ਐਸੀ ਹੈਸੀਅਤ ਨਾ ਹੈ ਮੰਨਣ ਪਰ ਜਿਵੇਂ ਦਾ ਮੈਂ ਉਹਨਾਂ ਖੁਸ਼ਹਾਲ ਸਿੰਘ ਦੀ ਕਿਹੜੀ ਮੰਨ ਲੈਣੀ ਜਾਂ ਮੇਰੀ ਕਿਹੜੀ ਮੰਨ ਲੈਣੀ, ਆਪਾਂ ਦੇਖੋ, ਮਤਲਬ ਆਪਾਂ ਕੀ ਸਮਝ ਰਹੇ ਹਾਂ? ਜਿੱਦਾਂ ਦਾ ਮੈਂ ਨਵਜੋਤ ਸਿੱਧੂ ਨੂੰ ਆਬਜ਼ਰਵ ਕੀਤਾ ਹੈਗਾ ਪਿਛਲੇ ਕਈ ਸਾਲਾਂ ਤੋਂ, ਤੇ ਉਹ ਸੰਘਰਸ਼ ਕਰਨ ਵਾਲੇ ਐਟੀਟਿਊਡ ਉਹਨਾਂ ਦਾ ਨਹੀਂ ਹੈ। ਉਹ ਤਾਂ ਮਤਲਬ ਬਣੀ ਬਣਾਈ ਸਟੇਜ ਹੋਵੇ ਤੇ ਉੱਥੇ ਤੁਸੀਂ ਉਹਨਾਂ ਨੂੰ ਚੜਾ ਦਿਓ ਤੇ ਉੱਥੇ ਉਹ ਥੋੜਾ ਮਨੋਰੰਜਨ ਕਰ ਦੇਣਗੇ ਲੋਕਾਂ ਦਾ ਤੇ ਉਸ ਮਾਹੌਲ ਨੂੰ ਥੋੜਾ ਖੁਸ਼ਗਵਾਰ ਬਣਾ ਉਤਸ਼ਾਹਿਤ ਕਰ ਦੇਣਗੇ। ਐਸੀ ਤਰੀਕੇ ਦਾ ਉਹਨਾਂ ਦਾ ਐਟੀਟਿਊਡ ਹੈਗਾ। ਬਾਕੀ ਜੇ ਆਪਾਂ ਇਹ ਸਮਝੀਏ ਜਿਵੇਂ ਇਹਨਾਂ ਨੇ ਕੀਤੀ ਹੈ ਕਿ ਸ਼ੰਭੂ ਬੈਰੀਅਰ ਤੇ ਜਿਹੜੇ ਲੋਕ ਬੈਠੇ ਆ, ਸ਼ੰਭੂ ਬੈਰੀਅਰ ਤੇ ਜਿਹੜੇ ਲੋਕ ਬੈਠੇ ਆ ਉਹ ਬੜੇ ਸੰਘਰਸ਼ੀਲ ਲੋਕ ਹੈ। ਉਹ ਨਾ ਧੁੱਪ ਦੇਖਦੇ ਆ ਨਾ ਛਾਂ ਦੇਖਦੇ ਆ, ਉਹ ਹਫ਼ਤਿਆਂ ਬੱਧੀ ਮਹੀਨਿਆਂ ਬੱਧੀ ਵੀ ਉੱਥੇ ਬੈਠੇ ਰਹਿ ਸਕਦੇ ਆ। ਪਰ ਬਹੁਤੇ ਸਾਰੇ ਲੀਡਰ ਜਿਹੜੇ ਆ ਉਹ ਏਸੀ ਚੋਂ 2 ਘੰਟੇ ਬਾਹਰ ਨਹੀਂ ਰਹਿ ਸਕਦੇ ਤੇ ਉਹਨਾਂ ਨਾਲ ਉਹਨਾਂ ਨੂੰ ਕੰਪੇਅਰ ਕਰਨਾ ਵਾਜਬ ਨਹੀਂ ਹੋਏਗਾ। ਬਿਲਕੁਲ ਮਾਈਂਡਸੈਟ ਡਿਫਰੈਂਟ ਹੈ, ਜੀਵਨ ਦਾ ਜਿਹੜਾ ਸ਼ੈਲੀ ਆ ਉਹ ਵੀ ਵੱਖਰੀ ਹੈ। ਸੋ ਇਹਨਾਂ ਨੇ ਗੱਲ ਕੀਤੀ ਹੈ ਕਿ ਆਮ ਆਦਮੀ ਪਾਰਟੀ ਉਹਨਾਂ ਲਈ ਬਣਿਆ ਰਸਤਾ, ਤੇ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਤਾਂ ਖਾਲੀ ਦਿੱਲੀ ਦੇ ਵਿੱਚ ਉਹਨਾਂ ਦੀ ਸੱਤਾ ਹੈ, ਛੋਟੀ ਪਾਰਟੀ ਦੇ ਵਿੱਚ ਸਿੱਧੂ ਹੱਥ ਨਹੀਂ ਪਾਣਗੇ। ਜੇ ਉਹ ਬੀਜੇਪੀ 'ਚ ਜਿਹੜਾ ਬੰਦਾ ਰਿਹਾ ਹੋਵੇ ਨੈਸ਼ਨਲ ਪਾਰਟੀ ਦੇ ਵਿੱਚ, ਉਸ ਤੋਂ ਬਾਅਦ ਕਾਂਗਰਸ 'ਚ ਰਿਹਾ ਹੋਵੇ, ਹੱਥ ਪਾਇਆ ਤਾਂ ਸੀ ਪਰ ਉਹਦਾ ਹੱਥ ਪਿਆ ਨਹੀਂ, ਉਸ ਤੋਂ ਬਾਅਦ ਉਹ ਕਾਂਗਰਸ ਦੇ ਵਿੱਚ ਰਿਹਾ ਹੋਵੇ, ਕਾਂਗਰਸ ਵੀ ਬਹੁਤ ਵੱਡੀ ਪਾਰਟੀ ਹੈ, ਵਾਪਸ ਹੀ ਮੈਂ ਸਮਝਾਂਗਾ, ਮੇਰਾ ਇਹ ਮੰਨਣਾ ਹੈ ਕਿ ਵਾਪਸ ਬੀਜੇਪੀ ਵੱਲ ਹੀ ਰੁਖ ਕਰਨਗੇ ਤੇ ਉੱਥੇ ਹੀ ਉਹ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰਨਗੇ। ਤੇ ਪੰਜਾਬ ਦੇ ਵਿੱਚ ਬੀਜੇਪੀ ਨੂੰ ਵੀ ਵੱਡੇ ਚਿਹਰਿਆਂ ਦੀ ਲੋੜ ਹੈਗੀ ਹੈ। ਸੋ ਦੋਨਾਂ ਦਾ ਜਿਹੜਾ ਇੱਕ ਪਰ ਪੰਜਾਬ ਦੇ ਜਿਵੇਂ ਖੁਸ਼ਹਾਲ ਸਿੰਘ ਜੀ ਕਹਿ ਰਹੇ ਆ ਕਿ ਜਿਵੇਂ ਕਿਸਾਨ ਅੰਦੋਲਨ ਚੱਲਿਆ ਹੋਇਆ ਹੈ, ਜਿਵੇਂ ਕਿਸਾਨ ਇਕੱਲਾ ਕਿਸਾਨਾਂ ਦੇ ਨਾਲ ਟਕਰਾਅ ਨਹੀਂ ਪੈਦਾ ਹੋਇਆ ਇਹ। ਨਹੀਂ, ਦੇਖੋ ਕਿਸਾਨ ਪੰਜਾਬ ਅੰਦੋਲਨ ਕਿਉਂਕਿ ਖੇਤੀ ਪ੍ਰਧਾਨ ਸੂਬਾ ਆ ਤੇ ਪੰਜਾਬ ਦੀ ਜੀਵਨ ਰੇਖਾ ਆ ਖੇਤੀ, ਇਸ ਕਰਕੇ ਸਾਰੇ ਪੰਜਾਬ ਨਾਲ ਟਕਰਾਅ ਕਿਸਾਨ ਅੰਦੋਲਨ ਅੱਜ ਚੱਲਿਆ ਨਾ, ਇਹ ਕਿਸਾਨ ਅੰਦੋਲਨ ਨੂੰ ਮਤਲਬ ਸੈਟਲ ਡਾਊਨ ਵੀ ਕਰਨਗੇ ਨਾ ਕਿਤੇ ਨਾ ਕਿਤੇ, 15 ਦਿਨ ਨੂੰ 20 ਦਿਨ ਨੂੰ ਕੋਈ ਨਾ ਕੋਈ ਦਾ ਹੱਲ ਕੱਢਣਗੇ। ਇਨਡੈਫੀਨਿਟ ਤਾਂ ਚੱਲ ਨਹੀਂ ਸਕਦਾ ਇਹ। ਅਲਟੀਮੇਟਲੀ ਤਾਂ ਇਸਨੇ ਸੌਟ ਆਊਟ ਹੋਣਾ ਇਸ ਮਸਲੇ ਨੇ, ਤੇ ਕਾਫੀ ਮਸਲੇ ਸੌਟ ਆਊਟ ਹੋ ਗਏ। ਜਿਹੜੀ ਗੱਲ ਖੁਸ਼ਹਾਲ ਜੀ ਨੇ ਕੀਤੀ ਹੈ ਕਿ ਵੀ ਜਿਹੜੇ ਧੱਕੇ ਹੋਏ ਆ ਪੰਜਾਬ ਦੇ ਨਾਲ ਜਿਹੜੇ ਪਿਛਲੇ ਲੰਮੇ ਸਮੇਂ ਤੋਂ, ਉਹ ਸੈਗਮੈਂਟ ਦੀ ਜਿਹੜੀ ਅਗਵਾਈ ਸਿੱਧੂ ਕਰ ਲੈਣਗੇ। ਮੈਂ ਨਹੀਂ ਸਮਝਦਾ ਕਿ ਵੀ ਇਹਨਾਂ ਦਾ ਐਸਾ ਮਾਈਂਡਸੈਟ ਹੈਗਾ ਕਿ ਉਹਨਾਂ ਲੋਕਾਂ ਟਕਰਾਅ ਦੀ ਗੱਲ ਕਰਦੇ ਆ, ਨਾ ਹੀ ਉਹ ਲੋਕੀ ਸਿੱਧੂ ਵਰਗੇ ਬੰਦੇ ਨੂੰ ਅੱਗੇ ਲਾਣਗੇ। ਜਿਵੇਂ ਖੁਸ਼ਹਾਲ ਸਿੰਘ ਜੀ ਕਹਿ ਰਹੇ ਆ ਕਿ ਸਾਡਾ ਕੇਂਦਰ ਨਾਲ ਟਕਰਾਅ ਪੰਜਾਬ ਦਾ ਚੱਲ ਰਿਹਾ ਹੈ, ਕਾਂਗਰਸ ਦੇ ਨਾਲ ਟਕਰਾਅ ਚੱਲਿਆ, ਕਾਂਗਰਸ ਨੇ ਬਹੁਤ ਸਾਰੇ ਜ਼ੁਲਮ ਕੀਤੇ ਪੰਜਾਬ ਦੇ ਉੱਤੇ। ਸਾਡੇ ਜਿਹੜਾ ਸਾਡਾ ਮੁੱਖ ਅਕੀਦਾ ਹੈ ਉੱਥੇ ਜਾ ਕੇ ਫੌਜਾਂ ਚੜ੍ਹਾਤੀਆਂ, ਹਾਂਜੀ ਇੱਜ਼ਤਾਂ ਲੁੱਟੀਆਂ, ਹਾਂਜੀ ਸਾਰਾ ਕੁਝ ਲੁੱਟਿਆ ਸਾਡਾ, ਠੀਕ ਹੈ। ਉਸ ਤੋਂ ਬਾਅਦ ਫਿਰ ਆ ਕੇ ਜੇ ਉਹ ਸੱਤਾ ਕਾਇਮ ਕਰ ਸਕਦੇ ਆ ਪੰਜਾਬ 'ਚ, ਤਾਂ ਕੀ ਕਿਸਾਨ ਅੰਦੋਲਨ ਦੇ ਨਾਲ ਸਮਝੌਤਾ ਕਰਨ ਤੋਂ ਬਾਅਦ ਬੀਜੇਪੀ ਆਪਣਾ ਸਥਾਨ, ਰਾਜਨੀਤਿਕ ਸਥਾਨ ਫਿਰ ਨਹੀਂ ਬਣਾ ਸਕਦੀ ਪੰਜਾਬ 'ਚ? ਨਹੀਂ, ਬਿਲਕੁਲ ਬਣਾ ਸਕਦੀ। ਜਦੋਂ ਜੇ ਇਹਨੂੰ ਖੁਸ਼ਗਵਾਰ ਤਰੀਕੇ ਦੇ ਨਾਲ ਬਿਠਾ ਕੇ ਉਹਨਾਂ ਨਾਲ ਸੈਟਲਮੈਂਟ ਹੋ ਜਾਂਦੀ ਹੈ, ਕੋਈ ਰਸਤਾ ਨਿਕਲ ਜਾਂਦਾ ਤੇ ਬੀਜੇਪੀ ਜਿਹੜੀ ਸਾਨੂੰ ਅੱਜ ਲੂਜ਼ ਕਰਦੀ ਦਿਖ ਰਹੀ ਹੈ, ਇਹ ਗੇਨ ਵੀ ਕਰ ਜਾਏਗੀ। ਜੇ ਕਿਸਾਨਾਂ ਨੂੰ ਖੁਸ਼ਹਾਲੀ ਦੇ ਨਾਲ ਉਹਨਾਂ ਨੂੰ ਆਪਣੇ ਘਰ ਮੋੜ ਦੇਵੇ ਉਹ ਕਿਸੇ ਤਰੀਕੇ ਦੇ ਨਾਲ, ਤੇ ਬਹੁਤ ਵੱਡੀ ਉਪਲਬਧੀ ਹੋਏਗੀ ਭਾਰਤੀ ਜਨਤਾ ਪਾਰਟੀ ਦੀ ਜਾਂ ਦਿੱਲੀ ਸਰਕਾਰ ਦੀ। ਤੇ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਉਹ ਕਰ ਪਾਉਂਦੇ ਆ ਕਿ ਨਹੀਂ ਕਰ ਪਾਉਂਦੇ। ਤੇ ਇਹ ਅਜੇ ਮਤਲਬ ਇਹਦੇ ਤੇ ਟਿੱਪਣੀ ਕਰਨੀ ਆਪਾਂ ਸਮਝਾਂਗੇ। ਟਿੱਪਣੀ ਇਸ ਕਰਕੇ ਅਸੀਂ ਕਰ ਸਕਦੇ ਹਾਂ ਕਿ ਖੁਸ਼ਹਾਲ ਸਿੰਘ ਹੁਣੀ ਇਹਦੇ 'ਚ ਬਕਾਇਦਾ ਤੌਰ ਤੇ ਬਹੁਤ ਅਮਲ 'ਚ ਚੱਲ ਰਿਹਾ, ਸਰਗਰਮੀ ਨਾਲ ਚੱਲ ਰਹੇ ਆ, ਸਾਰੀ ਸਥਿਤੀ ਨੂੰ ਸਮਝ ਰਹੇ ਆ। ਆਪਾਂ ਵੀ ਰੋਜ਼ ਦੇਖ ਰਹੇ ਹਾਂ ਵੀ ਕੀ ਹੋ ਰਿਹਾ ਹੈ ਪੰਜਾਬ ਦੇ। ਅਸੀਂ ਕਲਚਰ ਨੂੰ ਵੀ ਜਾਣਦੇ ਹਾਂ, ਪੰਜਾਬ ਦੇ ਸੁਭਾਅ ਨੂੰ ਵੀ ਜਾਣਦੇ ਹਾਂ, ਪੰਜਾਬ ਦੇ ਸੰਘਰਸ਼ ਨੂੰ ਵੀ ਜਾਣਦੇ ਹਾਂ ਅਸੀਂ। ਔਰ ਮੈਂ ਤਾਂ ਇਹ ਵੀ ਗੱਲ ਕਹਿੰਦਾ ਹੁੰਦਾ, ਜੇ ਆਜ਼ਾਦੀ ਪ੍ਰਾਪਤ ਕੀਤੀ ਹਿੰਦੁਸਤਾਨ ਨੇ ਤਾਂ ਉਹ ਵੀ ਪੰਜਾਬ ਦੇ ਸਿਰ ਤੇ ਕੀਤੀ ਹੈ, ਪੰਜਾਬ ਦੀਆਂ ਕੁਰਬਾਨੀਆਂ ਵੱਧ ਹੈਗੀਆਂ। ਤੁਸੀਂ ਕੀ ਸਮਝਦੇ ਖੁਸ਼ਹਾਲ ਸਿੰਘ ਜੀ, ਜਿਹੜਾ ਕਿਸਾਨ ਅੰਦੋਲਨ ਆ ਇਹ ਕਿੰਨਾ ਲੰਬਾ ਚੱਲੇਗਾ? ਔਰ ਇਸ ਤੋਂ ਬਾਅਦ ਜੇ ਮੰਨ ਲਓ ਇਹ ਅੰਦੋਲਨ ਖਤਮ ਹੁੰਦਾ ਹੈ ਕਿਸੇ ਸਮਝੌਤੇ ਦੇ ਤਹਿਤ, ਜਿਵੇਂ ਅਮਰਿੰਦਰ ਸਿੰਘ ਗੱਲ ਕਰ ਰਹੇ ਆ, ਤਾਂ ਕਿਸ ਤਰ੍ਹਾਂ ਦੀ ਰਾਜਨੀਤਿਕ ਜਿਹੜੀ ਮਾਹੌਲ ਹੈ ਪੰਜਾਬ ਦੇ ਵਿੱਚ ਸਿਰਜਿਆ ਜਾਏਗਾ? ਕਿਸ ਤਰ੍ਹਾਂ ਦਾ ਰਾਜਨੀਤਿਕ ਮਾਹੌਲ ਵੇਖਿਆ ਜਾਏਗਾ? ਦੇਖੋ ਜੀ, ਜਿਹੜਾ ਪੰਜਾਬ ਦਾ ਕਿਸਾਨ ਸੰਘਰਸ਼ ਹੈ, ਇਹਦਾ ਨਾਂ ਹੀ ਕਿਸਾਨ ਸੰਘਰਸ਼ ਹੈ। ਇਹਦੇ ਨਾਲ ਸਾਰੇ ਲੋਕ ਜੁੜ ਚੁੱਕੇ ਆ, ਇਹਦੇ ਨਾਲ ਪੱਲੇਦਾਰ ਵੀ ਜੁੜੇ ਹੋਏ ਆ, ਇਹਦੇ ਨਾਲ ਆੜਤੀ ਜੁੜੇ ਹੋਏ, ਛੋਟਾ ਦੁਕਾਨ, ਬਹੁਤ 63 ਜਿਹੜੇ ਇਸ ਤਰ੍ਹਾਂ ਦੇ ਲੋਕ ਕਿੱਤੇ ਆ, ਉਹ ਇਕੱਲੇ ਕਿਸਾਨੀ ਨਾਲ ਸਾਂਝਾ ਜਾਂ ਅੰਦੋਲਨ ਸਾਂਝਾ ਹੋ ਗਿਆ, ਸਾਂਝਾ ਹੈਗਾ।
ਹੈਗਾ। ਹੁਣ ਜਿਹੜੀ ਗੱਲ ਤੁਸੀਂ ਗੱਲ ਕਹਿ ਰਹੇ ਹੋ ਕਿ ਜਿਹੜਾ ਸੈਂਟਰ ਦੇ ਨਾਲ ਸਾਡਾ ਚੱਲ ਰਿਹਾ, ਪੰਜਾਬ ਦਾ ਚੱਲ ਰਿਹਾ, ਵੇਖੋ ਮੈਂ ਕਹਿੰਦਾ ਵੀ ਪੰਜਾਬ ਦੀ ਇੱਕ ਜਿੱਤ ਹੈ। ਜਿੱਤ ਇਸੇ ਕਰਕੇ ਹਰੇਕ ਸੂਬੇ ਦੇ ਵਿੱਚ ਜਿੱਥੇ ਉਹ ਤੁਸੀਂ ਹਿੰਦੀ ਬੈਲਟ ਨੂੰ ਛੱਡ ਦਿਓ, ਤੇ ਅੱਜ ਦੀ ਡੇਟ ਦੇ ਵਿੱਚ ਜਿਹੜੀ ਖੁਦ ਮੁਖਤਿਆਰੀ ਦੀ ਗੱਲ ਕਿਸੇ ਨਾ ਕਿਸੇ ਰੂਪ 'ਚ ਹੋ ਰਹੀ ਹੈ, ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਹੋ ਰਹੀ ਹੈ। ਕਿਉਂਕਿ ਸੂਬੇ ਜਿਹੜੇ ਮੋਦੀ ਨੇ, ਭਾਰਤੀ ਜਨਤਾ ਪਾਰਟੀ ਨੇ ਕੀ ਕੀਤਾ ਹੈ ਕਿ ਸੂਬਿਆਂ ਦੇ ਅਧਿਕਾਰ ਖਤਮ ਕਰਤੇ ਆ। ਜਿਹੜਾ ਖੇਤੀ ਦੇ ਉੱਤੇ ਕੋਈ ਕਾਨੂੰਨ ਬਣਾਉਣਾ ਸੀ ਉਹ ਸਟੇਟ ਦਾ ਕੰਮ ਸੀਗਾ, ਉਹ ਅਧਿਕਾਰ ਖਤਮ ਕਰਤੇ ਆ। ਪੰਜਾਬ ਦੇ ਇੱਥੋਂ ਦਾ ਅਮਨ ਕਾਨੂੰਨ ਦੇ ਵਾਸਤੇ ਜਿਹੜੇ ਪੁਲਿਸ ਦੀ ਅਧਿਕਾਰ ਸੀ ਉਹ ਖਤਮ ਖੋਲੇ ਗਏ ਆ। GST ਰਾਹੀਂ ਤੁਹਾਡੇ ਟੈਕਸ ਲੈਣ ਦੇ ਅਧਿਕਾਰ ਖੁੱਟ ਰਹੇ, ਤੇ ਹੁਣ ਜਿਹੜੀਆਂ ਸਟੇਟਾਂ ਨੇ ਉਹ ਮਿਊਨਿਸਪਲ ਕਾਰਪੋਰੇਸ਼ਨ ਬਣ ਕੇ ਰਹਿ ਗਈਆਂ ਨੇ, ਤੇ ਇਹ ਹੁਣ ਅਹਿਸਾਸ ਹੈ ਹਰੇਕ ਸੂਬਿਆਂ ਨੂੰ ਹੋ ਰਿਹਾ। ਇਹ ਜੇ ਅਸੀਂ ਇੱਥੇ ਬੈਠ ਕੇ ਦੇਖ ਰਹੇ ਹਾਂ ਤੇ ਸੰਘਰਸ਼ ਤਾਂ ਕਰਨਾਟਕ ਵਿੱਚ ਚੱਲ ਰਿਹਾ ਹੈ, ਮਹਾਰਾਸ਼ਟਰ 'ਚ ਚੱਲ ਰਿਹਾ, ਸਾਰੇ ਪਾਸੇ ਚੱਲ ਰਿਹਾ। ਇਹ ਸੰਘਰਸ਼ ਹਰਿਆਣੇ 'ਚ ਵੀ ਚੱਲ ਰਿਹਾ। ਕਿਸੇ ਨੇ ਅਸੀਂ ਸਰਸਾ 'ਚ ਪਰਸੋਂ ਜੋ ਤਾਂ ਦੇਖਿਆ, ਇਹ ਟਕਰਾਅ ਦੀ ਰਾਜਨੀਤੀ ਇਹ ਚੱਲ ਰਹੀ ਹੈ। ਹਾਂ, ਇਸ ਸਮੇਂ ਬਹਾਨਾ ਤੇ ਜਿਹੜਾ ਸਬਜੈਕਟ ਹੈ ਉਹ ਨਿਕਲੇਗਾ ਕਿ ਇਹ ਕੇਂਦਰ ਨਾਲ ਟਕਰਾਅ ਨਿਕਲਣਾ ਜੀ, ਤੇ ਇਹਦੇ ਵਿੱਚ ਸਟੇਟਾਂ ਨੂੰ ਕੁਝ ਨਾ ਕੁਝ ਪੋਲੀਟੀਕਲ ਤੌਰ ਤੇ ਦੇਣਾ ਪੈਣਾ ਆ, ਕਿਉਂਕਿ ਜਿਹੜਾ GST ਦਾ ਮਾਡਲ ਸੀ ਉਹ ਫੇਲ ਹੋ ਗਿਆ। ਭਵਿੱਖ ਵਿੱਚ ਕੇਂਦਰ ਦੇ ਵਾਸਤੇ ਕੋਈ ਇਸ ਤਰ੍ਹਾਂ ਦਾ ਖੌਫ ਨਿਕਲੇਗਾ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਨੀਤੀਆਂ ਨਾ ਬਣਾਵੇ। ਵੇਖੋ ਵਿਕੇਂਦਰੀਕਰਨ ਸੱਤਾ ਦਾ ਕਰਨਾ ਪਏਗਾ, ਨਹੀਂ ਤਾਂ ਵੇਖੋ ਇਹ ਵੱਡਾ ਸੰਕਟ ਹੋ ਗਿਆ, ਪੰਜਾਬ ਦੇ ਵਿੱਚ ਹੀ ਹੋ ਗਿਆ ਆ ਕਿ 12,000 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਜੇ ਮਤੇ ਪਾ ਕੇ ਭੇਜ ਦਿੰਦੀਆਂ ਨੇ ਤੇ ਉਹਨੂੰ ਇਗਨੋਰ ਕਰਨਾ ਇੱਕ ਜਿਹੜਾ ਲੋਕਤੰਤਰ ਦੀ ਸਮਝ ਆ ਰਹੀ ਹੈ। ਮੈਨੂੰ ਸਮਝ ਆ ਰਹੀ ਹੈ ਕਿ ਤੁਸੀਂ ਕੀ ਕਹਿਣਾ ਚਾਹ ਰਹੇ ਹੋ। ਅਮਰਿੰਦਰ ਸਿੰਘ ਜੀ, ਤੁਹਾਨੂੰ ਇਹ ਲੱਗਦਾ ਹੈ ਕਿ ਸਿਵਲ ਨਾਫਰਮਾਨੀ ਵੱਲ ਵਧ ਰਿਹਾ ਹਿੰਦੁਸਤਾਨ, ਜਾਂ ਪੰਜਾਬ ਤੋਂ ਇਹ ਲਹਿਰ ਉੱਠ ਸਕਦੀ ਹੈ ਸਭ ਤੋਂ ਪਹਿਲਾਂ? ਦੇਖੋ ਮਦਨਦੀਪ ਜੀ, ਸਿਵਲ ਨਾਫਰਮਾਨੀ ਬਹੁਤ ਵੱਡੀ ਚੀਜ਼ ਤੁਸੀਂ ਕਹਿ ਰਹੇ ਹੋ, ਪਰ ਇੱਕ ਮਤਲਬ ਵੱਡੀ ਚੀਜ਼ ਅਮਰਿੰਦਰ ਸਿੰਘ ਜੀ, ਇੱਕ ਮੈਨੂੰ ਦੱਸੋ, ਤੁਸੀਂ ਮੰਨ ਲਓ ਕਿ ਕੱਲ ਨੂੰ ਜੇ ਇਹ ਅੰਦੋਲਨ ਨਹੀਂ ਰੁਕਦਾ, ਰੇਲਾਂ ਨਹੀਂ ਚੱਲਦੀਆਂ, ਰੇਲ ਮਾਰਗ ਠੱਪ ਰਹਿ ਜਾਂਦਾ ਆ, ਤਾਂ ਉਸ ਸੂਰਤ ਵਿੱਚ ਜੇ ਆਰਡਰ ਹੁੰਦੇ ਆ CM ਨੂੰ ਕੇਂਦਰ ਵੱਲੋਂ ਕਿ ਤੁਸੀਂ ਇਹ ਰੇਲ ਪਟੜੀ ਖਾਲੀ ਕਰਾਓ, ਜਿਵੇਂ ਕਿ ਸੁਪਰੀਮ ਕੋਰਟ ਦਾ ਵੀ ਆਰਡਰ ਆ ਚੁੱਕਿਆ ਹੈ ਕਿ ਲੰਬਾ ਸਮਾਂ ਤੁਸੀਂ ਕੋਈ ਵੀ ਜਨਤਕ ਥਾਂ ਜਿਹੜੀ ਹੈ ਉਹਦੇ 'ਤੇ ਕਬਜ਼ਾ ਜਮਾ ਕੇ ਨਹੀਂ ਬੈਠ ਸਕਦੇ, ਔਰ ਤੁਸੀਂ ਜਿਹੜੇ ਸੜਕੀ ਮਾਰਗ ਆ ਇਹ, ਕਿਉਂਕਿ ਹੁਣ ਟੋਲ ਪਲਾਜ਼ਾ ਦੇ ਉੱਤੇ ਜਾ ਕੇ ਤੁਹਾਨੂੰ ਪਤਾ ਵੀ ਧਰਨਾ ਲਾਇਆ ਕਿਸਾਨਾਂ ਨੇ, ਬੰਦ ਕੀਤੇ ਹੋਏ ਆ, ਸੜਕੀ ਮਾਰਗ ਖੁਲਾਓ, ਰੇਲ ਮਾਰਗ ਖੁਲਾਓ। ਜੇ ਸਟੇਟ ਦਾ ਮੁੱਖ ਮੰਤਰੀ ਅਸਫਲ ਰਹਿੰਦਾ, ਨਹੀਂ ਖਿਲਾ ਸਕਦਾ, ਤਾਂ ਜੇ ਕੱਲ ਨੂੰ ਕੇਂਦਰ ਸਰਕਾਰ ਕਹਿੰਦਾ ਕਿ ਠੀਕ ਹੈ ਜੇ ਤੁਸੀਂ ਅਸਫਲ ਹੋ ਚੁੱਕੇ ਹੋ, ਤੁਹਾਡੇ ਕੋਲ ਕੰਟਰੋਲ ਨਹੀਂ ਹੋ ਰਿਹਾ, ਤਾਂ ਅਸੀਂ ਤਾਂ ਰਾਸ਼ਟਰਪਤੀ ਰਾਜ ਲਾਗੂ ਕਰਦੇ ਹਾਂ, ਤਾਂ ਉਸ ਤੋਂ ਬਾਅਦ ਕੀ ਰਾਹ ਰਹਿ ਜਾਂਦਾ ਸੂਬੇ ਕੋਲੇ? ਦੇਖੋ, ਜਿਹੜੀ ਤੁਸੀਂ ਟੋਲ ਪਲਾਜ਼ਾ ਦੀ ਗੱਲ ਕੀਤੀ ਹੈ, ਟੋਲ ਪਲਾਜ਼ਾ ਦੇ ਉੱਪਰ ਉਹਨਾਂ ਨੇ ਟੋਲ ਕਲੈਕਸ਼ਨ ਤੇ ਰੋਕ ਲਾਈ ਹੋਈ ਹੈ। ਉਹ ਰਸਤਾ ਨਹੀਂ ਰੋਕਿਆ ਯਾਰ, ਟ੍ਰੈਫਿਕ ਜਾ ਰਿਹਾ ਹੈ, ਸਿਰਫ ਇੰਨਾ ਕਿ ਉਹ ਟੋਲ ਨਹੀਂ ਦੇ ਰਹੇ। ਠੀਕ ਹੈ, ਮਤਲਬ ਰਾਹਗੀਰਾਂ ਨੂੰ ਨਹੀਂ ਰੋਕ ਰਹੇ ਕਿਸਾਨ। ਤੇ ਰੇਲ ਦੀ ਗੱਲ ਜ਼ਰੂਰ ਹੈ, ਰੇਲ ਲਈ ਅਪੀਲਾਂ CM ਵੀ ਕਰ ਰਿਹਾ, ਪੰਜਾਬ ਦੇ CM, ਕਿ ਬਈ ਤੁਸੀਂ ਘੱਟੋ ਘੱਟ ਅਨਾਜ ਨੂੰ ਜਾ ਲੈਣ ਦਿਓ। ਇਹਦੇ ਨਾਲ ਆਰਥਿਕ ਨੁਕਸਾਨ ਜ਼ਰੂਰ ਹੋ ਰਿਹਾ, ਲੇਕਿਨ ਇਹ ਕਨਫਰੰਟ੍ਰੇਸ਼ਨ ਕਿੰਨੀ ਦੂਰ ਚੱਲੇਗੀ? ਨਹੀਂ, ਆਰਥਿਕ ਨੁਕਸਾਨ ਹੋ ਰਿਹਾ, ਆਰਥਿਕ ਨੁਕਸਾਨ ਵੱਡਾ ਨਹੀਂ ਨਾ ਇਸ ਵੇਲੇ, ਭਵਿੱਖ ਵੱਡਾ ਹੈ। ਨਹੀਂ ਗੱਲ ਮੈਂ ਬਿਲਕੁਲ ਤੁਹਾਡੀ ਗੱਲ ਠੀਕ ਹੈ, ਦੋਨੋਂ ਚੀਜ਼ਾਂ ਵੱਡੀਆਂ। ਮੈਂ ਦੁਬਾਰਾ ਤੁਹਾਡੇ ਕੋਲ ਆਉਣਾ, ਦੋਨੋਂ ਚੀਜ਼ਾਂ ਵੱਡੀਆਂ। ਗੱਲ ਇਹ ਹੈ ਕਿ ਵੀ ਕੀ ਇਹ ਪੂਰੇ ਇੰਡੀਆ ਦੇ ਵਿੱਚ ਸਪਿਲ ਓਵਰ ਹੁੰਦਾ? ਜੋ ਪੰਜਾਬ ਦੇ ਵਿੱਚ ਇਸ ਵੇਲੇ ਮੂਵਮੈਂਟ ਚੱਲ ਰਹੀ ਹੈ, ਜੇ ਸਪਿਲ ਓਵਰ ਹੋ ਕੇ ਰਾਜਸਥਾਨ 'ਚ ਚਲੀ ਜਾਂਦੀ ਹੈ, ਹਰਿਆਣੇ ਚਲੀ ਜਾਂਦੀ ਹੈ, ਜਿਵੇਂ ਮਹਾਰਾਸ਼ਟਰ ਹੈ, ਕਰਨਾਟਕਾ, ਉੱਥੇ ਥੋੜੇ ਮਤਲਬ ਮੈਗਨੀਚਿਊਡ ਘੱਟ ਹੈ, ਉੱਥੇ ਵੱਧ ਹੋ ਜਾਂਦਾ ਹੈ, ਤੇ ਦਿੱਲੀ ਦੀ ਜਿਹੜੀ ਸਰਕਾਰ ਹੈ ਉਸ ਨੂੰ ਇਹਦਾ ਫੌਰੀ ਹੱਲ ਲੱਭਣਾ ਪਏਗਾ। ਜੇਕਰ ਇਹ ਪੰਜਾਬ ਦੇ ਵਿੱਚ ਹੀ ਮੰਨ ਲਓ ਥੋੜਾ ਇੱਦਾਂ ਹੀ ਅੱਗੇ ਚੱਲਦੀ ਰਹਿੰਦੀ ਹੈ, ਤੇ ਉਹ ਵੀ ਧਿਆਨ ਨਾਲ ਸੋਚਣਗੇ ਵੀ ਬਾਕੀ ਇੰਡੀਆ ਨੂੰ ਉਹ ਰੀਡ ਕਰ ਰਹੇ ਆ, ਐਸੀ ਗੱਲ ਨਹੀਂ ਕਿ ਉਹ ਨਹੀਂ ਦੇਖ ਰਹੇ। ਬਾਕੀ ਜਿਹੜੀ ਤੁਸੀਂ ਗੱਲ ਕੀਤੀ ਕਿ ਨਾਫਰਮਾਨੀ ਵਾਲੀ ਗੱਲ, ਨਾਫਰਮਾਨੀ ਦੀ ਗੱਲ ਖਾਲੀ ਪੰਜਾਬ ਦੇ ਵਿੱਚੋਂ ਪੂਰੇ ਇੰਡੀਆ ਸਪਰੈਡ ਹੋ ਜਾਏ, ਐਦਾਂ ਦੀ ਚੀਜ਼ ਮੈਂ ਨਹੀਂ ਦੇਖਦਾ, ਕਿ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਆਪਣੀਆਂ ਸਰਕਾਰਾਂ ਬਹੁਤ ਸਟੇਟਾਂ ਦੇ ਵਿੱਚ ਹੈਗੀਆਂ, ਤੇ ਉੱਥੇ ਜਿਹੜਾ ਹੈਗਾ ਉਹ ਉਹਨਾਂ ਨੂੰ ਮਤਲਬ ਸਿਰ ਨਹੀਂ ਚੁੱਕਣ ਦੇ ਰਹੇ ਜਿਹੜੇ ਐਜੀਟੇਟਰ ਹੈਗੇ ਆ। ਮੇਰਾ ਜੀ ਜਿਹੜਾ ਪ੍ਰੈਸ਼ਰ ਹੈ ਪਹਿਲਾਂ ਤਾਂ ਕਿਸਾਨਾਂ ਦਾ ਸਾਨੂੰ ਸਮਝਣਾ ਚਾਹੀਦਾ ਕਿ ਵੱਡੇ ਕਾਰਪੋਰੇਟਾਂ ਨੇ ਆਪਣੇ ਪੈਟਰੋਲ ਪੰਪ ਤੇ ਟੋਲ ਪਲਾਜ਼ੇ ਆਪਣੀ ਇੱਛਾ ਨਾਲ ਬੰਦ ਕਰਤੇ ਆ। ਉਹਨਾਂ ਨੇ ਕੋਈ ਕਿਸਾਨਾਂ ਦੇ ਟਕਰਾਅ 'ਚ ਨਹੀਂ, ਇਹ ਵਧੀਆ ਗੱਲ ਹੈ। ਦੂਜੀ ਗੱਲ ਹੈ ਕਿ ਜੇ ਅੱਜ ਵੀ ਪੰਜਾਬ ਦਾ ਰੇਲ ਮਾਰਗ ਖੁੱਲ੍ਹ ਜਾਂਦਾ, ਅੱਜ ਵੀ ਖੁੱਲ੍ਹ ਜਾਂਦਾ, ਤੇ 23 ਦਿਨ ਲਗਾਤਾਰ ਸਾਨੂੰ ਟ੍ਰੇਨਾਂ ਚਲਾਉਣੀਆਂ ਪੈਣਗੀਆਂ, ਤਾਂ ਪੰਜਾਬ ਦੇ ਵਿੱਚ ਜਿਹੜੀ ਖਾਦ ਹੈ ਸਾਡੇ ਅੱਗੇ ਜਿਹੜੀ ਬਿਜਾਈ ਹੋਣੀ ਹੈ ਉਹਦੇ ਵਾਸਤੇ ਆਏਗੀ। ਸਾਡੇ ਕਿਸਾਨਾਂ ਨੂੰ ਇਹ ਵੱਡਾ ਸੰਕਟ ਹੈਗਾ ਇਸ ਟਾਈਮ, ਜਿਹੜਾ ਕਰਨਾ ਪਏਗਾ ਇਹਦੇ ਤੋਂ ਬਿਨਾਂ ਜਿਹੜਾ ਆ ਇਹ, ਕਿਉਂਕਿ ਕਿਸਾਨਾਂ ਦਾ ਨਹੀਂ। ਪਰ ਇਹਦਾ ਮਤਲਬ ਇਹ ਹੈਗਾ, ਜਿਹੜੀ ਅਮਰਿੰਦਰ ਸਿੰਘ ਗੱਲ ਕਰ ਰਹੇ ਆ, ਇਹਦਾ ਮਤਲਬ ਇਹ ਆ ਵੀ ਲੰਬਾ ਸਮਾਂ ਕਿਸਾਨ ਜਿਸ ਤਰ੍ਹਾਂ ਦੇ ਇਸ ਵੇਲੇ ਸੰਘਰਸ਼ 'ਚ ਲੱਗੇ ਹੋਏ ਆ, ਜਿਹੜੇ ਉਹ ਇੱਕ ਤਰ੍ਹਾਂ ਨਾਲ ਜਿਹੜੇ ਅਗਰੈਸਿਵ ਜਿਹੜੇ ਦਿਖਾ ਰਹੇ, ਐਗਰੈਸ਼ਨ ਦਿਖਾ ਰਹੇ ਆ, ਵੀ ਇਹ ਘਟ ਜਾਏਗਾ ਕੱਲ੍ਹ ਨੂੰ ਜੇ ਰੇਲਾਂ ਚੱਲਣ ਦਿੰਦੇ ਆ,
ਜੇ ਹੋਰ ਕੋਈ ਰੁਕਾਵਟ ਪੈਦਾ ਨਹੀਂ ਕਰਦੇ ਤਾਂ ਸਰਕਾਰ ਨੂੰ ਕੀ ਇਤਰਾਜ਼, ਬੈਠੇ ਰਹੋ। ਨਹੀਂ, ਸਰਕਾਰ ਤੇ ਵੇਖੋ ਹੁਣ ਵੀ ਇਸੇ ਕਰਕੇ ਸਾਇਲੈਂਟ ਮੂਡ ਤੇ ਬੈਠੀ ਆ। ਉਹਨਾਂ ਨੂੰ ਕਿਹਾ ਪੰਜਾਬ ਦਾ ਹੀ ਜਿਹੜਾ ਆ ਜਿੰਨਾ ਵੀ ਨੁਕਸਾਨ ਹੋ ਰਿਹਾ ਪੰਜਾਬ ਦਾ ਵੀ ਪੰਜਾਬ ਦਾ ਹੋ ਰਿਹਾ, ਉਹ ਉਹਨਾਂ ਨੇ ਨਹੀਂ ਕਰਨਾ। ਲੇਕਿਨ ਵੇਖੋ ਨਹੀਂ, ਦਿੱਲੀ ਵੱਲ ਕੋਚ ਕਰਨਾ ਪਏਗਾ, ਫਿਰ ਕੁਛ ਨਾ ਕੁਛ ਤਾਂ ਕਰਨਾ ਪਏਗਾ। ਦੇਖੋ ਅੱਜ ਦੀ ਜਿਹੜੀ ਜੁਡੀਸ਼ਰੀ ਹੈ ਉਹ ਸਟੇਟ ਦੇ ਨਾਲ ਕਦਮ ਮਿਲਾ ਕੇ ਚੱਲ ਰਹੀ ਹੈ। ਜਦੋਂ ਐਵੇਂ ਦੇ ਹਾਲਾਤ ਹੋਣ ਤੇ ਉਹਦੇ ਵਿੱਚ ਜਿਹੜਾ ਅਮਨ ਕਾਨੂੰਨ ਨੂੰ ਕਾਬੂ ਰੱਖਣਾ ਬੜਾ ਔਖਾ ਹੋ ਜਾਂਦਾ ਆ। ਅਗਰ ਪੰਜਾਬ ਦੇ ਵਿੱਚ ਕੋਈ ਟਕਰਾਅ ਹੋ ਜਾਂਦਾ ਆ, 150 ਬੰਦੇ ਇੱਥੇ ਮਰ ਜਾਂਦੇ ਟਕਰਾਅ ਦੇ ਵਿੱਚ, ਤੇ ਫਿਰ ਹਾਲਾਤ ਪੰਜਾਬ ਦੇ ਕਿ ਇੰਡੀਆ ਦੇ ਇੱਥੇ ਸਾਡੀ ਸਿਚੁਏਸ਼ਨ ਇਹ ਹੈ ਕਿ ਜੇ 600 ਬੰਦਾ ਵੀ ਤਿਆਰ ਹੋ ਜਾਏ ਸਟੇਟ ਨਾਲ ਲੜਨ ਵਾਸਤੇ ਤੇ ਉਹਦੇ ਵਿੱਚ 5 ਲੱਖ ਜਿਹੜੇ ਆ ਫੌਜ ਚਾਹੀਦੀ ਹੈ, ਤੁਹਾਨੂੰ ਫੋਰਸ ਚਾਹੀਦੀ ਹੈ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ। ਅੱਜ ਦੀ ਡੇਟ ਵਿੱਚ ਜਦੋਂ ਸਰਹੱਦਾਂ ਤੇ ਟਕਰਾਅ ਚੱਲ ਰਿਹਾ ਆ, ਤੁਸੀਂ ਬਿਜੀ ਹੋ ਜੰਮੂ ਕਸ਼ਮੀਰ ਦੇ ਵਿੱਚ, ਤਾਂ ਤੁਸੀਂ 5 ਲੱਖ ਬੰਦੇ ਨੂੰ ਅਫੋਰਡ ਨਹੀਂ ਕਰ ਸਕਦੇ ਪੰਜਾਬ ਦੇ ਵਿੱਚ। ਇਹ ਬਹੁਤ ਵੱਡਾ ਮਤਲਬ ਕੋਈ ਰਸਤਾ ਲੱਭਣਾ ਪਏਗਾ। ਇਹਦੇ ਵਾਸਤੇ ਕੋਈ ਰਸਤਾ ਜ਼ਰੂਰ ਕੱਢਣਾ। ਇਹਦਾ ਮਤਲਬ ਇਹ ਆ ਕਿ ਨਵਜੋਤ ਸਿੰਘ ਸਿੱਧੂ ਇਸ ਵੱਡੀ ਰਾਜਨੀਤੀ ਦੇ ਵਿੱਚ ਹਾਲੇ ਬਹੁਤ ਛੋਟੇ ਜਿਹੇ ਜਿਹੜੇ ਹੈਗੇ ਆ ਵੀ ਉਹ ਸਾਨੂੰ ਜੀਓਪੋਲਿਟਿਕਸ ਸਮਝਣੀ ਪੈਗੀ। ਹਾਂ, ਇਹਦਾ ਮਤਲਬ ਬਿਲਕੁਲ ਇਹਦਾ ਮਤਲਬ ਇਹ ਹੈਗਾ ਕਿ ਅਸੀਂ ਜਿਹੜੀਆਂ ਗੱਲਾਂ ਸੋਚ ਰਹੇ ਹਾਂ, ਇੰਡੀਵਿਜੂਅਲ ਕਿਸੇ ਦਾ ਨਾਇਕ ਬਣਨਾ ਜਾਂ ਖਲਨਾਇਕ ਬਣਨਾ, ਉਹ ਇੰਨੀ ਵੱਡੀ ਘਟਨਾ ਨਹੀਂ ਹੈਗੀ, ਕਿਉਂਕਿ ਇੱਥੇ ਪਰਿਵਾਰਾਂ ਦੇ ਪਰਿਵਾਰ ਬੈਠੇ ਆ, ਬਹੁਤ ਸਾਰੀਆਂ ਬੀਬੀਆਂ ਮੁਜ਼ਾਹਰੇ 'ਚ ਬੈਠੀਆਂ ਹੈ, ਰਾਤ ਦਿਨ ਸੜਕਾਂ ਤੇ ਜਾਂ ਰਾਤ ਦਿਨ ਰੇਲ ਮਾਰਗ ਤੇ ਬੈਠੀਆਂ ਆ ਜਾਂ ਸੜਕਾਂ ਦੇ ਕਿਨਾਰੇ ਬੈਠੀਆਂ ਹੈ। ਸੋ ਬੱਚੇ ਬੈਠੇ ਆ, ਨੌਜਵਾਨ ਬਹੁਤ ਬੈਠੇ ਆ। ਸੋ ਇਹ ਮਸਲਾ ਬਹੁਤ ਵੱਡਾ ਹੈ। ਇਹਦੇ ਵਿੱਚੋਂ ਜੇ ਕੋਈ ਵੀ ਰਾਜਨੀਤਿਕ ਰੋਟੀਆਂ ਸੇਕਣ ਦਾ ਯਤਨ ਕਰੇਗਾ, ਚਾਹੇ ਉਹ ਕੋਈ ਪਾਰਟੀ ਦਾ ਲੀਡਰ ਹੋਵੇ ਚਾਹੇ ਇੰਡੀਵਿਜੂਅਲ ਹੋਵੇ, ਤਾਂ ਮੇਰਾ ਖਿਆਲ ਹੈ ਵੀ ਉਹ ਗੱਲ ਬੜੀ ਛੋਟੀ ਰਹਿ ਜਾਂਦੀ ਹੈ, ਮਸਲਾ ਬੜਾ ਵੱਡਾ ਆ। ਸੋ ਅਸੀਂ ਯਤਨ ਕੀਤਾ ਹੈ, ਅਸੀਂ ਨਵਜੋਤ ਸਿੰਘ ਸਿੱਧੂ ਦਾ ਕੀ ਬਣੇਗਾ ਉਹਦੇ ਤੇ ਵੀ ਗੱਲਬਾਤ ਕੀਤੀ, ਔਰ ਨਾਲ ਦੇ ਨਾਲ ਜਿਹੜਾ ਕਿਸਾਨੀ ਮੁੱਦਾ ਹੈਗਾ, ਜਿਹੜਾ ਵੱਡਾ ਮੁੱਦਾ ਆ, ਉਹਦੇ ਵਿੱਚ ਅੱਗੇ ਜਾ ਕੇ ਅਸੀਂ ਕੀ ਦੇਖ ਰਹੇ ਹਾਂ ਉਹਦੇ ਤੇ ਵੀ ਗੱਲਬਾਤ ਕੀਤੀ ਹੈ। ਤੁਹਾਨੂੰ ਪ੍ਰੋਗਰਾਮ ਕਿਵੇਂ ਲੱਗਿਆ, ਆਪਣੀ ਰਾਏ ਜ਼ਰੂਰ ਦੇਣਾ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨਾਲ ਬਣੇ ਰਹਿਣ ਲਈ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ।